ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਕਲਾਸ ਦੇ ਵਿੱਚ। ਤਾਂ ਅੱਜ ਆਪਣੀ ਸਾਇੰਸ ਦੀ ਕਲਾਸ ਹੈਗੀ ਹੈ, ਫਿਰ ਕੈਮਿਸਟਰੀ ਦੇ ਕੁਐਸਚਨ ਲੈ ਕੇ ਆਉਂਦੇ ਆ। ਤਾਂ ਇਹਦੇ ਵਿੱਚ ਵੀ ਤੁਹਾਨੂੰ ਮੈਂ ਜਿੰਨੇ ਵੀ ਬੱਚੇ ਜਾਂ ਤਾਂ ਨਾਲ ਦੇਖ ਰਹੇ ਹੋ ਜਾਂ ਬਾਅਦ ਵਿੱਚ ਦੇਖ ਰਹੇ ਹੋ, ਠੀਕ ਹੈ, ਇੱਕ ਚੀਜ਼ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸ ਦੇਣਾ ਚਾਹੁੰਦਾ ਕਿ ਐਗਜ਼ਾਮ ਦੇ ਲੈਵਲ ਦੇ ਕੁਐਸਚਨ ਮਿਲਣਗੇ ਤੁਹਾਨੂੰ। ਇਹ ਨਹੀਂ ਕਿ ਸਿਰਫ ਜਿਵੇਂ ਫालतू ਦੇ ਕੁਐਸਚਨ ਲੈ ਆਉਂਦੇ ਕਿ ਐਟਮ ਸਭ ਤੋਂ ਛੋਟਾ ਮੋਲੀਕਿਊਲ ਕੀ ਹੈ, ਐਟਮ ਹੈ ਜਾਂ ਇਹ ਸਮਥਿੰਗ ਇਹੋ ਜਿਹਾ ਕੁਝ ਨਹੀਂ। ਸਿਰਫ ਤੇ ਸਿਰਫ ਐਗਜ਼ਾਮ ਲੈਵਲ ਦੇ, ਠੀਕ ਹੈ। ਹਰ ਇੱਕ ਚੈਪਟਰ ਦੇ ਵਿੱਚੋਂ 5-5 6-6 10-10 ਕੁਐਸਚਨ ਚੱਕੇ ਹੁੰਦੇ ਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਮੈਂ ਵਾਰ-ਵਾਰ ਕਹਿ ਰਿਹਾ, ਜਿਵੇਂ ਤੁਸੀਂ ਕਹਿ ਨਹੀਂ ਦਿੰਦੇ ਕਿ ਦੁੱਧ ਤੋਂ ਬਾਅਦ ਆਪਣਾ ਲਾਸਟ 'ਚ ਕੀ ਬੰਦਾ ਦੇਸੀ ਘਿਓ ਸਮਝੋ। ਦੇਸੀ ਘਿਓ ਮਿਲਣ ਵਾਲਾ ਤੁਹਾਨੂੰ ਸਾਰੀਆਂ ਸਾਇੰਸ ਦੀ ਕਲਾਸਿਸ ਦੇ ਵਿੱਚ। ਤੁਸੀਂ ਫਿਜ਼ਿਕਸ ਦੀ ਲਾ ਕੇ ਦੇਖ ਹੀ ਲਈ ਹੋਣੀ ਹੈ, ਤਾਂ ਅੱਜ ਆਪਾਂ ਲਾਵਾਂਗੇ ਕੈਮਿਸਟਰੀ ਦੇ। ਭਲਾ ਦੀ ਹੁਣ 15 ਕੁਐਸਚਨ, ਤਾਂ 15 ਦੇ ਨਾਲ ਐਕਸਪਲੇਨੇਸ਼ਨ ਦੇ ਨਾਲ ਤੁਹਾਨੂੰ ਮੈਂ 25 ਤੋਂ 30 ਕੁਐਸਚਨ ਕਰਾ ਦੂੰਗਾ। ਬਸ ਨੋਟ ਕਰਦੇ ਰਹੋ। ਜੇ ਕਿਸੇ ਨੂੰ ਸਮਝ ਨਹੀਂ ਆਉਂਦਾ, ਡਾਊਟ ਰਹਿੰਦਾ ਕਿਸੇ ਚੀਜ਼ 'ਚ, ਤੇ ਫਿਰ ਦੁਬਾਰਾ ਵੀਡੀਓ ਜ਼ਰੂਰ ਦੇਖਿਓ। ਉਹੀ ਚੀਜ਼ ਉਹਨਾਂ ਹੀ ਆਪਣਾ ਏਰੀਆ, ਠੀਕ ਹੈ, ਉਹੀ ਕੁਐਸਚਨ। ਜੇ ਫਿਰ ਵੀ ਡਾਊਟ ਰਹਿੰਦਾ ਫਿਰ ਕਮੈਂਟ ਕਰਕੇ ਪੁੱਛਿਓ ਕਿ ਸਰ ਇਸ ਚੀਜ਼ ਦਾ ਡਾਊਟ ਰਹਿ ਗਿਆ। ਵੈਸੇ ਮੈਂ ਰਹਿਣ ਨਹੀਂ ਦਊਂਗਾ ਕੋਈ ਵੀ ਡਾਊਟ। ਤਾਂ ਸ਼ੁਰੂ ਕਰਦੇ ਹਾਂ ਆਪਾਂ ਹੁਣ ਕਲਾਸ। ਤਾਂ ਦੇਖੋ ਫਸਟ ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ, ਠੀਕ ਹੈ, ਇਨਫੋਰਮੇਸ਼ਨ ਇਜ਼ ਨੋਟ ਕਨਵੇਡ ਬਾਈ ਅ ਬੈਲੈਂਸਡ ਕੈਮੀਕਲ ਇਕੁਏਸ਼ਨ। ਦੇਖੋ ਇਹਦੇ ਵਿੱਚ ਜ਼ਿਆਦਾ ਜਾਣ ਦੀ ਡੀਪ ਤੁਹਾਨੂੰ ਲੋੜ ਨਹੀਂ, ਮੈਂ ਤੁਹਾਨੂੰ ਧਿਆਨ ਨਾਲ ਸਮਝਾਉਣਾ ਕਿ ਇਹਦੇ ਵਿੱਚ ਕਿਹਾ ਕੀ ਗਿਆ। ਉਹਨਾਂ ਨੇ ਕਿਹਾ ਕਿ ਹੇਠਾਂ ਦਿੱਤਿਆਂ ਵਿੱਚੋਂ ਜਿਹੜੀਆਂ ਵੀ ਦਿੱਤੀਆਂ ਹੋਈਆਂ ਤੁਹਾਡੀਆਂ ਆਪਸ਼ਨਸ ਦਿੱਤੀਆਂ ਹੋਈਆਂ, ਠੀਕ ਹੈ, ਕਿਹੜੀਆਂ ਜਿਹੜੀ ਇੱਕ ਆਪਸ਼ਨ ਹੈਗੀ ਇਹਦੇ ਵਿੱਚੋਂ ਜਿਹੜੀ ਕੀ ਹੈ ਬੈਲੈਂਸ ਕੈਮੀਕਲ ਇਕੁਏਸ਼ਨ ਨੂੰ ਕੀ ਹੈ ਦੱਸ ਨਹੀਂ ਰਹੀ, ਠੀਕ ਹੈ, ਉਹਨਾਂ ਤੇ ਚਾਨਣਾ ਨਹੀਂ ਪਾ ਰਹੀ ਕਿ ਇਹ ਬੈਲੈਂਸਡ ਕੈਮੀਕਲ ਇਕੁਏਸ਼ਨ ਹੈਗੀ ਹੈ। ਤਾਂ ਆਪਸ਼ਨਾਂ ਕੀ ਆਪਣੇ ਕੋਲੇ, ਫਿਜ਼ੀਕਲ ਸਟੇਟ ਆਫ ਰਿਐਕਟੈਂਟਸ ਐਂਡ ਪ੍ਰੋਡਕਟਸ, symbols and formula of all the substances involved in a particular reaction, the number of atoms, molecules of reactants and products formed whenever whether a particle reaction is actually feasible or not। ਤਾਂ ਹੁਣ ਦੇਖੋ ਇਹਦੇ ਵਿੱਚ ਕਿਹਾ ਕੀ ਗਿਆ, ਆਪਾਂ ਇੱਥੇ ਧਿਆਨ ਰੱਖਣਾ। ਇਹਨਾਂ ਨੇ ਪੁੱਛਿਆ ਨੋਟ, ਕਿ ਇਹਦੇ ਵਿੱਚੋਂ ਦੁਬਾਰਾ ਫਿਰ ਸੁਣ ਲਓ। ਉਹਨਾਂ ਨੇ ਕਿਹਾ ਕਿ ਕਿਹੜੀ ਬੈਲੈਂਸ ਕੈਮੀਕਲ ਇਕੁਏਸ਼ਨ ਵਾਸਤੇ ਸਹੀ ਨਹੀਂ ਬੈਠ ਰਹੀ, ਠੀਕ ਹੈ, ਟੁਕਵੀਂ ਕਿਹੜੀ ਨਹੀਂ ਹੈਗੀ। ਤਾਂ ਬੈਲੈਂਸ ਕੈਮੀਕਲ ਇਕੁਏਸ਼ਨ ਕਿਹੜੀ ਹੁੰਦੀ ਹੈ, ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਜੇ ਇੱਧਰ ਦੋ ਐਟਮ ਹੈ ਤਾਂ ਉਧਰ ਵੀ ਕੀ ਹੋਣਗੇ, ਦੋ ਐਟਮ ਹੀ ਹੋਣਗੇ, ਠੀਕ ਹੈ। ਇੰਨਾ ਕਲੀਅਰ ਰੱਖ ਲਓ। ਫਸਟ ਕੀ ਕਹਿੰਦਾ ਕਿ ਉਹ ਫਿਜ਼ੀਕਲ ਸਟੇਟ ਹੈ ਜਿਹਦੇ ਵਿੱਚ ਰਿਐਕਟੈਂਟ ਐਂਡ ਪ੍ਰੋਡਕਟ ਹੈ। ਹੁਣ ਇਹਦੇ ਵਿੱਚ ਕੀ ਹੈ, ਏ ਬੀ ਨੂੰ ਮਿਲ ਕੇ ਕੀ ਬਣ ਰਿਹਾ, ਏ ਬੀ ਬਣ ਰਿਹਾ, ਠੀਕ ਹੈ। ਹੁਣ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਫਿਜ਼ੀਕਲ ਸਟੇਟ ਹੈ ਇਹੋ ਜੀ ਜਿਹਦੇ ਵਿੱਚ ਰਿਐਕਟੈਂਟ ਤੇ ਪ੍ਰੋਡਕਟ ਫਿਜ਼ੀਕਲ ਸਟੇਟ ਦਿਖਦੀ ਹੈ ਉਹਨਾਂ ਦੀ, ਠੀਕ ਹੈ। ਕਿਵੇਂ ਦਿਖਦੀ ਹੈ, ਤੁਸੀਂ ਦੇਖਿਆ ਹੋਣਾ ਕਿ ਇਕੁਏਸ਼ਨ ਦੇ ਨਾਲ ਜਿਵੇਂ ਹੁਣ H2 ਹੈ, O2 ਹੈ, H2O ਬਣ ਗਿਆ ਨਾ। ਹੁਣ ਉੱਥੇ ਲਿਖਿਆ ਹੁੰਦਾ ਡਾਇਰੈਕਟ ਦੇ ਵਿੱਚ ਨਾਲ ਕਿ ਇਹ ਕੀ ਹੈ, ਗੈਸ ਹੈ, ਇਹ ਕੀ ਹੈ, G ਹੈ, ਠੀਕ ਹੈ, ਇਹ ਕੀ ਬਣ ਗਿਆ, ਲਿਕੁਇਡ ਬਣ ਗਿਆ, L ਬਣ ਗਈ। ਤਾਂ ਇੱਥੋਂ ਕੀ ਪਤਾ ਲੱਗਦਾ ਉਹਨਾਂ ਦੀ ਫਿਜ਼ੀਕਲ ਸਟੇਟ ਕੀ ਹੈ। ਉਹਨਾਂ ਦੀ ਫਿਜ਼ੀਕਲ ਸਟੇਟ ਕੀ ਹੈ, ਉਹ ਗੈਸ ਹੈ, ਉਹਨਾਂ ਦੀ ਕੀ ਹੈ, ਲਿਕੁਇਡ ਹੈ। ਤਾਂ ਪਹਿਲੀ ਕੀ ਹੈ ਆਪਣੇ ਕੋਲੇ, ਇਹ ਕੈਮੀਕਲ ਇਕੁਏਸ਼ਨ ਨੂੰ ਦੱਸੀ ਜਾਂਦੀ ਹੈ, ਬੈਲੈਂਸ ਕੈਮੀਕਲ ਇਕੁਏਸ਼ਨ ਨੂੰ, ਠੀਕ ਹੈ। ਹੁਣ ਦੂਜੀ ਆ ਜਾਓ, ਸਿੰਬਲਸ ਐਂਡ ਫਾਰਮੂਲਾ ਆਫ ਆਲ ਦਾ ਸਬਸਟੈਂਸ, ਠੀਕ ਹੈ, ਇਨਵੋਲਵ ਇਨ ਅ ਪਾਰਟੀਕਲ ਰਿਐਕਸ਼ਨ। ਹੁਣ ਦੇ ਵਿੱਚ ਕੀ ਹੈ, ਹਰ ਇੱਕ ਰਿਐਕਸ਼ਨ ਦੇ ਵਿੱਚ ਕੀ ਮਿਲੂਗਾ ਤੁਹਾਨੂੰ, ਸਿੰਬਲ। ਆ ਸਿੰਬਲ ਹੈਗੇ ਆਪਣੇ ਕੋਲੇ, ਠੀਕ ਹੈ, ਉਹਨਾਂ ਦਾ ਕੈਮੀਕਲ ਫਾਰਮੂਲਾ ਵੀ ਮਿਲੀ ਜਾਂਦਾ, ਠੀਕ ਹੈ। ਆ ਵਾਟਰ ਦਾ ਹੈਗਾ ਤਾਂ ਆ ਉਹਦੇ ਸਿੰਬਲ ਵੀ ਮਿਲੀ ਜਾਂਦੇ ਨਾਲ। ਤਾਂ ਇਹ ਵੀ ਕੀ ਹੈ ਆਪਣੇ ਕੋਲੇ, ਸਹੀ ਹੈ। ਹੁਣ ਥਰਡ ਤੇ ਆ ਜਾਓ। ਥਰਡ ਦੇ ਵਿੱਚ ਕੀ ਕਿਹਾ, ਨੰਬਰ ਆਫ ਐਟਮ ਐਂਡ ਮੋਲੀਕਿਊਲ ਆਫ ਰਿਐਕਟੈਂਟਸ ਐਂਡ ਪ੍ਰੋਡਕਟ ਫਾਰਮ। ਹੁਣ ਦੇਖੋ ਇਹਦੇ ਦੋ ਸੀਗੇ, ਇਹਦੇ ਵੀ ਦੋ ਸੀ ਆਪਣੇ ਕੋਲੇ। ਇੱਥੇ ਨਾਲ ਹੀ ਲਿਖ ਦਿੰਦਾ ਮੈਂ, H2 plus O2, H2O ਬਣ ਗਿਆ ਨਾ। ਹੁਣ ਦੇਖੋ ਉਹਨਾਂ ਨੇ ਕੀ ਕਿਹਾ, ਨੰਬਰ ਆਫ ਐਟਮ ਦੇ ਮੋਲੀਕਿਊਲ ਜਿਹੜੇ ਹੈਗੇ ਰਿਐਕਟੈਂਟ, ਆ ਰਿਐਕਟੈਂਟ ਹੁੰਦੇ ਲੈਫਟ ਸਾਈਡ ਵਾਲੇ ਤੇ ਪ੍ਰੋਡਕਟ ਹੁੰਦਾ ਰਾਈਟ ਸਾਈਡ ਵਾਲਾ, ਉਹਨਾਂ ਦੇ ਫਾਰਮ ਹੋ ਜਾਂਦੇ ਕਿਵੇਂ। ਦੇਖੋ ਇੱਧਰ H2 ਹੈ, ਇੱਧਰ O1 ਹੈ, ਇੱਥੇ 2 ਲਿਖ ਦਾਂਗੇ। ਇੱਥੇ ਵੀ ਕੀ ਹੈ, ਉਹ ਕੀ ਹੋ ਜਾਊਗੀ, ਬੈਲੈਂਸ। ਕਲੀਅਰ ਹੈ, ਕਿਉਂਕਿ ਦੋ ਹੀ ਉਧਰ ਹੋ ਗਿਆ ਹਾਈਡਰੋਜਨ ਦੇ, ਚਾਰ ਇੱਧਰ ਹੋ ਗਏ, ਸੌਰੀ, ਠੀਕ ਹੈ, ਚਾਰ ਇੱਧਰ ਹੋ ਗਏ, ਦੋ ਦੂਣੀ ਚਾਰ, ਤੇ ਚਾਰ ਹੀ ਇੱਧਰ ਹੋ ਗਏ। ਆਕਸੀਜਨ ਦੇ ਦੋ ਇੱਧਰ ਹੈ ਤੇ ਦੋ ਆਕਸੀਜਨ ਦੇ ਦੋ ਹੀ ਇੱਧਰ ਹੋ ਗਏ। ਕਲੀਅਰ ਹੈ, ਇਹ ਵੀ ਆਪਣੀ ਸਹੀ ਹੈ। ਤਾਂ ਫਿਰ ਲਾਸਟ ਵਾਲੀ ਕੀ ਹੋਗੀ, ਰੋਂਗ ਹੋਗੀ, ਠੀਕ ਹੈ। ਤਾਂ ਆਪਣਾ ਰਾਈਟ ਆਂਸਰ ਕੀ ਆਇਆ, ਫਿਰ ਰਾਈਟ ਆਂਸਰ ਆਇਆ ਆਪਣੇ ਕੋਲੇ ਆਪਸ਼ਨ ਡੀ। ਜਿਹੜੀ ਆਪਸ਼ਨ ਡੀ ਹੈ ਉਹ ਕੀ ਕਰਦੀ ਪਈ ਹੈ, ਕੈਮੀਕਲ ਇਕੁਏਸ਼ਨ ਨੂੰ ਇੱਕ ਜਾਂ ਕਹਿ ਲਓ ਕੈਮੀਕਲ ਇਕੁਏਸ਼ਨ ਲਈ ਢੁਕਵੀਂ ਨਹੀਂ ਹੈਗੀ, ਠੀਕ ਹੈ। ਕਲੀਅਰ ਹੈ ਫਸਟ ਕੁਐਸਚਨ, ਜਿੰਨੀ ਡਿਟੇਲ ਹੋ ਸਕਦੀ ਸੀ ਮੈਂ ਸਾਰੀਆਂ ਆਪਸ਼ਨਾਂ ਦੱਸਤੀ। ਹੁਣ ਚੱਲਦੇ ਹਾਂ ਸੈਕਿੰਡ ਤੇ। The balancing of chemical equation is in accordance with, most important question है, most important question, ठीक है, most important question है। वैसे तो जिन्ने भी मैं कराई है ना सारे ही मोस्ट इंपोर्टेंट है, कोई भी ये नहीं कि फालतू का होवे क्वेश्चन। अपना राइट आंसर क्या आएगा, बैलेंस केमिकल इक्वेशन की दसदी है ਆਪਾਂ ਨੂੰ, ਜਿਹੜੀ ਜ਼ਿਆਦਾ ਕਿੰਨੇ ਅਕੋਰਡਿੰਗ ਕੰਮ ਕਰਦੀ ਪਈ ਹੈ, ਉਹ ਕਰਦੀ ਹੈ ਲੋ ਆਫ ਕੰਜ਼ਰਵੇਸ਼ਨ ਆਫ ਮਾਸ। ਇਹਦਾ ਮਤਲਬ ਕੀ ਹੈ,
ਕੋਈ ਵੀ ਕੈਮੀਕਲ ਇਕੁਏਸ਼ਨ ਹੋਊਗੀ ਨਾ, ਠੀਕ ਹੈ, ਉਹਦੇ ਵਿੱਚ ਜਿਹੜਾ ਮਾਸ ਹੈ ਰਿਐਕਟੈਂਟਸ ਦਾ ਤੇ ਪ੍ਰੋਡਕਟ ਦਾ ਉਹ ਸੇਮ ਰਹੂਗਾ। ਇਹਦੇ ਅਕੋਰਡਿੰਗ ਮੈਂ ਤੁਹਾਨੂੰ ਬਹੁਤ ਕੁਐਸਚਨ ਕਰਾਏ ਹੋਏ ਆ, ਮੌਕ ਟੈਸਟ ਦੇ ਵਿੱਚ ਵੀ, ਸਾਇੰਸ ਦੀ ਕਲਾਸਿਸ ਦੇ ਵਿੱਚ ਵੀ, ਐਕਸਪਲੇਨੇਸ਼ਨ ਵੀ ਦਿੱਤੀ ਹੋਈ ਹੈ। ਹੁਣ ਜੇ ਤੁਹਾਨੂੰ ਕੋਈ ਪੁੱਛ ਲਿਆ ਕਿ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਕਿਹਨੇ ਦਿੱਤਾ, ਠੀਕ ਹੈ, ਥਿਊਰੀ ਕਿੰਨੀ ਹੈ ਆਪਣੇ ਕੋਲੇ, ਐਂਟੋਨੀ ਲੈਵਿਊਸੀਅਰ ਦੀ, ਠੀਕ ਹੈ। ਇੱਕ ਬੱਚਾ ਸਪੈਲਿੰਗ ਵੀ ਪੁੱਛੀ ਜਾਂਦਾ ਸੀਗਾ, ਲਓ ਲਿਖ ਲਓ, ਨੋਟ ਕਰ ਲਿਓ, ਜੇ ਕੋਈ ਵੀ ਡਾਊਟ ਹੋਵੇ ਤਾਂ ਫਿਰ ਵੀ ਪੁੱਛ ਲਿਓ, ਆਊਗਾ ਆਪਣੇ ਕੋਲ ਰਾਈਟ ਆਂਸਰ, ਠੀਕ ਹੈ। ਹੁਣ ਚੱਲਦੇ ਹਾਂ ਅੱਗੇ। ਦੇਖੋ ਕੁਐਸਚਨ ਜਮਾ ਹੀ ਐਗਜ਼ਾਮ ਲੈਵਲ ਦੇ ਆ, 101% ਐਗਜ਼ਾਮ ਲੈਵਲ ਦੇ ਆ ਕੁਐਸਚਨ, ਇਹ ਤੋਂ ਬਾਹਰ ਨਹੀਂ ਹੋ ਸਕਦਾ ਕੋਈ ਵੀ, ਜਿੰਨੇ ਵੀ ਤੁਸੀਂ ਕਰੀ ਜਾਂਦੇ ਆ, ਜੇ ਇਸੇ ਟੌਪਿਕ ਦੇ ਵਿੱਚੋਂ ਪੁੱਛਿਆ ਗਿਆ ਤਾਂ ਬਾਹਰ ਨਹੀਂ ਆਊਗਾ ਕਦੇ ਵੀ। ਇਹ ਨਹੀਂ ਪਤਾ ਕਿ ਸੇਮ ਟੂ ਸੇਮ ਐਂ ਹੀ ਆਪਸ਼ਨਾਂ ਮਿਲ ਜਾਣ ਤੁਹਾਨੂੰ। ਹੁਣ ਆ ਜਾਓ ਅੱਗੇ, ਇਹ ਰਿਐਕਸ਼ਨ ਕਿਹੜਾ ਹੈ, ਠੀਕ ਹੈ, ਜਿਹੜਾ ਇਹ ਵਾਲਾ ਰਿਐਕਸ਼ਨ ਹੋਈ ਜਾਂਦਾ ਕਿਹੜਾ, H2 + Cl2 ਬਣੀ ਕੀ ਜਾਂਦਾ 2HCl, ਆਪਣੇ ਕੋਲ ਐਸਿਡ ਬਣੀ ਜਾਂਦਾ HCl ਹਾਈਡਰੋਕਲੋਰਿਕ ਐਸਿਡ, ਠੀਕ ਹੈ। ਤਾਂ ਆਪਾਂ ਸਿੰਪਲ ਦੱਸਣਾ ਕਿਹੜਾ ਰਿਐਕਸ਼ਨ ਹੈ, ਡਿਸਪਲੇਸਮੈਂਟ ਹੈ, ਠੀਕ ਹੈ, ਜਾਂ ਆਪਣੇ ਕੋਲ ਰਿਡੋਕਸ ਹੈ, ਜਾਂ ਆਪਣੇ ਕੋਲ ਕੀ ਕੰਬੀਨੇਸ਼ਨ ਹੈ, ਜਾਂ ਕੀ ਨਿਊਟਰਲਾਈਜੇਸ਼ਨ ਹੈ। ਤਾਂ ਡਿਸਪਲੇਸਮੈਂਟ ਕੀ ਹੁੰਦਾ, ਜਦੋਂ ਇੱਕ ਚੀਜ਼ ਕਿਸੇ ਨੂੰ ਹਟਾ ਕੇ ਉਹਦੀ ਜਗ੍ਹਾ ਲੈ ਲੈਂਦੀ ਹੈ, ਇੱਕ ਚੀਜ਼ ਸਿੰਪਲ, ਠੀਕ ਹੈ, ਉਹਦੀ ਡਿਸਪਲੇਸਮੈਂਟ। ਰਿਡੋਕਸ ਕੀ ਹੁੰਦਾ, ਜਿਹਦੇ ਚ ਹਾਈਡਰੋਜਨ ਐਡ ਹੁੰਦੀ ਹੈ, ਆਕਸੀਜਨ ਵੀ ਐਡ ਹੁੰਦੀ ਹੈ, ਮਤਲਬ ਦੋਨੋਂ ਰਿਡਕਸ਼ਨ ਵੀ ਚੱਲੀ ਜਾਂਦਾ ਤੇ ਆਕਸੀਡੇਸ਼ਨ ਵੀ ਚੱਲੀ ਜਾਂਦਾ, ਉਹ ਹੋ ਗਿਆ ਰਿਡੋਕਸ। ਹੁਣ ਆ ਗਿਆ ਕੰਬੀਨੇਸ਼ਨ। ਕੰਬੀਨੇਸ਼ਨ ਕੀ ਹੁੰਦਾ, ਕੰਬੀਨੇਸ਼ਨ ਹੁੰਦਾ ਜਦੋਂ ਆਪਣੇ ਕੋਲੇ ਦੋ ਰਿਐਕਟੈਂਟ ਤੋਂ ਕੋਈ ਇੱਕ ਪ੍ਰੋਡਕਟ ਫਾਰਮ ਹੋਵੇ, ਠੀਕ ਹੈ, ਸਿੱਧਾ ਸਿੱਧਾ ਬਸ ਇਹੀ ਦੇਖਣਾ, ਤਾਂ ਉਹ ਕੀ ਹੈ ਕੰਬੀਨੇਸ਼ਨ। ਤਾਂ ਆਪਣਾ ਰਾਈਟ ਆਂਸਰ ਕੀ ਆ ਗਿਆ, ਉਹ ਆ ਗਿਆ ਆਪਣੇ ਕੋਲੇ ਸੀ ਆਪਸ਼ਨ। ਕਲੀਅਰ ਹੈ ਨਾ, ਤਿੰਨੇ ਕੁਐਸਚਨ ਦੇਖੋ ਕਿੰਨੇ ਵਧੀਆ ਸੀ। ਹੁਣ ਚੱਲਦੇ ਹਾਂ ਅੱਗੇ, ਇਲੈਕਟ੍ਰੋਲਾਈਸਿਸ ਆਫ ਵਾਟਰ। ਦੇਖੋ ਇਹਦੇ ਵਿੱਚ ਕੁਐਸਚਨ ਨੂੰ ਸਿਰਫ ਕਮਾਇਆ ਗਿਆ, ਹੋਰ ਕੁਝ ਵੀ ਨਹੀਂ ਕੀਤਾ ਗਿਆ, ਸਿਰਫ ਕਮਾ ਕੇ ਤੇ ਬੱਚਿਆਂ ਨੂੰ ਕਨਫਿਊਜ਼ ਕੀਤਾ ਗਿਆ, ਤਾਂ ਜੋ ਤੁਹਾਨੂੰ ਦੇਖੋ ਜਿਵੇਂ ਐਗਜ਼ਾਮ ਦੇ ਵਿੱਚ ਕਨਫਿਊਜ਼ ਹੁੰਦੇ ਆ ਤੁਸੀਂ। ਇਲੈਕਟ੍ਰੋਲਾਈਸਿਸ ਆਫ ਵਾਟਰ ਇਜ਼ ਆ ਡੀਕੰਪੋਜੀਸ਼ਨ ਰਿਐਕਸ਼ਨ। ਹੁਣ ਇੱਕ ਕੁਐਸਚਨ ਤਾਂ ਇੱਥੋਂ ਬਣ ਗਿਆ ਸਿੱਧਾ ਹੀ ਸਿੱਧਾ ਕਿ ਇਲੈਕਟ੍ਰੋਲਾਈਸਿਸ ਆਫ ਵਾਟਰ ਕਿਹੜਾ ਕੰਬੀਨੇਸ਼ਨ ਹੁੰਦਾ। ਜੇ ਸਿੱਧਾ ਹੀ ਪੁੱਛ ਲੈਣ ਤੁਹਾਨੂੰ, ਬਿਨਾਂ ਤੁਹਾਨੂੰ ਉਹਦੇ ਇਕੁਏਸ਼ਨ ਦਿੱਤੇ ਜਾਂ ਬਿਨਾਂ ਫਾਰਮੂਲਾ ਦਿੱਤੇ, ਠੀਕ ਹੈ, ਸਿੱਧਾ ਹੀ ਪੁੱਛ ਲੈਣ ਤਾਂ ਕੀ ਆਊਗਾ। ਜੇ ਉਹਨਾਂ ਨੇ ਪੁੱਛ ਲਿਆ ਕਿ ਇਲੈਕਟ੍ਰੋਲਾਈਸਿਸ ਆਫ ਵਾਟਰ ਕਿਹੜਾ ਰਿਐਕਸ਼ਨ ਹੁੰਦਾ, ਤਾਂ ਤੁਸੀਂ ਲਾ ਦੋਗੇ ਡੀਕੰਪੋਜੀਸ਼ਨ। ਡੀਕੰਪੋਜੀਸ਼ਨ ਕੀ ਹੁੰਦਾ, ਜਦੋਂ ਕਿਸੇ ਚੀਜ਼ 'ਚ ਤੁਸੀਂ ਹੀਟ ਦਿੰਨੇ ਆ, ਠੀਕ ਹੈ, ਤਾਂ ਉਹ ਟੁੱਟ ਜਾਂਦੀ ਹੈ, ਠੀਕ ਹੈ। ਇਹ ਮਤਲਬ ਕੀ ਹੈ, ਵਾਟਰ ਟੁੱਟ ਹੀ ਜਾਂਦਾ। ਜਿਵੇਂ ਹੁਣ ਕੀ ਹੈ H2 H2O ਹੈ ਨਾ ਆਪਣੇ ਕੋਲੇ, ਤਾਂ ਜਦੋਂ ਇਹਨੂੰ ਹੀਟ ਦੇਵਾਂਗੇ ਆਪਾਂ, ਠੀਕ ਹੈ, ਹੀਟ ਮਤਲਬ ਕਿਹੜੀ ਦੇਵਾਂਗੇ, ਇਲੈਕਟ੍ਰਿਕ। ਇਹ ਵੀ ਚੀਜ਼ ਦਾ ਧਿਆਨ ਰੱਖਿਓ, ਜਦੋਂ ਇਹਨੂੰ ਇਲੈਕਟ੍ਰਿਕ ਹੀਟ ਦੇਵਾਂਗੇ, ਇਲੈਕਟ੍ਰੋਲਾਈਸਿਸ ਇਲੈਕਟ੍ਰਿਕ ਹੀਟ ਦਿੱਤੀ ਜਾਂਦੀ ਹੈ ਨਾ, ਤਾਂ ਜਦੋਂ ਇਹਨੂੰ ਹੀਟ ਦੇਵਾਂਗੇ ਤਾਂ ਕਾਹਦੇ ਟੁੱਟ ਜਾਊਗਾ, H2 + O2 ਦੇ ਵਿੱਚ। ਤਾਂ ਇਹ ਕਿਹੜਾ ਰਿਐਕਸ਼ਨ ਹੋ ਗਿਆ, ਡੀਕੰਪੋਜੀਸ਼ਨ ਰਿਐਕਸ਼ਨ, ਠੀਕ ਹੈ। ਜਦੋਂ ਇੱਕ ਤੋਂ ਟੁੱਟ ਕੇ ਜ਼ਿਆਦਾ ਬਣਨ ਤਾਂ ਉਦੋਂ ਕੀ ਹੁੰਦਾ, ਡੀਕੰਪੋਜੀਸ਼ਨ ਰਿਐਕਸ਼ਨ। ਹੁਣ ਆ ਜਾਓ ਅੱਗੇ, ਇਹਦਾ ਕੀ ਦੱਸਣਾ ਆਪਾਂ, ਮੋਲ ਰੇਸ਼ੋ ਦੱਸਣੀ ਹੈ, ਕਿੰਦੀ ਕਿੰਦੀ, ਹਾਈਡਰੋਜਨ ਤੇ ਆਕਸੀਜਨ ਦੀ। ਆ ਰਿਹਾ ਹਾਈਡਰੋਜਨ ਤੇ ਆ ਰਹੀ ਆਕਸੀਜਨ ਆਪਣੇ ਕੋਲੇ। ਇਹਦੇ ਵਿੱਚ ਕੀ ਹੈ, ਕਦੋਂ ਦੱਸਣੀ ਹੈ, ਜਦੋਂ ਇਲੈਕਟ੍ਰੋਲਾਈਸਿਸ ਹੋਈ ਜਾਂਦਾ ਵਾਟਰ ਦਾ, ਠੀਕ ਹੈ। ਦੇਖੋ ਮੈਂ ਤੁਹਾਨੂੰ ਫਿਰ ਕਿਹਾ ਕਨਫਿਊਜ਼ ਕਰੀ ਜਾਂਦੇ ਆ। ਹੁਣ ਦੇਖੋ ਵਾਟਰ ਕੀ ਹੈ ਆਪਣੇ ਕੋਲੇ, ਆਪਾਂ ਬਣਾ ਲੈਂਦੇ ਹਾਂ, ਪਹਿਲਾਂ ਲਿਖ ਲੈਂਦੇ ਹਾਂ ਦੀ ਇਕੁਏਸ਼ਨ ਕੀ ਹੈ ਆਪਣੇ ਕੋਲ। ਹੁਣ ਆ ਗਿਆ H2O। ਪਹਿਲਾਂ ਜਦੋਂ ਵੀ ਤੁਹਾਨੂੰ ਕਹਿ ਦੇਣ ਨਾ ਕਿ ਮੋਲ ਦੀ ਰੇਸ਼ੋ ਪਤਾ ਕਰਨੀ ਹੈ ਤਾਂ ਸਿੰਪਲ, ਸਿਰਫ ਐਟਮ ਗਿਣ ਕੇ ਉਹਨਾਂ ਦਾ ਰੇਸ਼ੋ ਪਤਾ ਕਰ ਦੇਣੀ ਹੈ, ਜਮਾ ਸਿੰਪਲ ਹੈ। ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜੀ ਤੁਹਾਨੂੰ ਉਲਝਾ ਸਕਦੀ ਹੈ ਐਗਜ਼ਾਮ ਦੇ ਵਿੱਚ, ਵੈਸੇ ਤਾਂ ਇੰਨਾ ਡੀਪ ਪੁੱਛਦੇ ਨਹੀਂ, ਪਰ ਫਿਰ ਵੀ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਰੇਸ਼ੋ ਪਤਾ ਕਰਨੀ ਹੈ ਨਾ, ਪਹਿਲਾਂ ਇਹਨੂੰ ਬੈਲੈਂਸ ਕਰ ਲਿਓ, ਠੀਕ ਹੈ। ਹੁਣ ਦੇਖੋ ਇੱਧਰ ਹਾਈਡਰੋਜਨ ਦੇ ਕਿੰਨੇ ਐਟਮ ਹੈ ਤੇ ਇੱਧਰ ਕਿੰਨੇ ਹੈ, ਦੋ ਦੋ ਹੈਗੇ ਆ, ਇਹ ਬੈਲੈਂਸ ਹੈ। ਇੱਧਰ ਕਿੰਨੇ ਆ, ਦੋ, ਇੱਧਰ ਹੈ ਇੱਕ। ਪਹਿਲਾਂ ਇਹਨੂੰ ਬੈਲੈਂਸ ਕਰੀਏ ਆਪਾਂ, H2 + O2, ਸੱਜੇ ਪਾਸੇ ਘੱਟ ਹੈ ਨਾ, ਇੱਧਰ ਬੈਲੈਂਸ ਕਰ ਲੈਂਦੇ ਆ। ਲਓ ਇੱਧਰ ਵੀ ਦੋ ਹੋ ਗਏ। ਹੁਣ ਇੱਕ ਚੀਜ਼ ਹਿੱਲ ਗਈ, ਉਹ ਸੀ ਹਾਈਡਰੋਜਨ। ਹਾਈਡਰੋਜਨ ਇੱਧਰ ਕਿੰਨੇ ਹੋ ਗਏ, 2 ਦੂਣੀ 4, ਇੱਧਰ ਕਿੰਨੇ, 2, ਇੱਥੇ ਵੀ 2 ਲਾ ਦਿਓ। ਇਹ ਹੁਣ ਹੋਈ ਹੈ ਬੈਲੈਂਸ, ਠੀਕ ਹੈ। ਹੁਣ ਇਹ ਬੈਲੈਂਸ ਹੋਈ ਹੈ। ਹੁਣ ਕੀ ਕਰਨਾ ਤੁਸੀਂ, ਹੁਣ ਇਹਨਾਂ ਦੀ ਰੇਸ਼ੋ ਪਤਾ ਕਰਨੀ ਹੈ। ਪਹਿਲਾਂ ਕਿੰਨੀ ਕਹੀ ਹੈ, ਹਾਈਡਰੋਜਨ ਦੀ, ਤਾਂ ਹਾਈਡਰੋਜਨ ਕਿੰਨੇ ਆ, 2 ਦੂਣੀ 4, ਠੀਕ ਹੈ। ਰੇਸ਼ੋ ਉਹ ਕਿੰਨੀ ਹੈ ਆਪਣੇ ਕੋਲੇ, 2। ਹੁਣ ਕੀ ਹੈ, ਕੱਟੋ ਇਹਨਾਂ ਨੂੰ, 4/2 ਨੂੰ ਕੱਟ ਕੇ ਕੀ ਆ ਜਾਊਗਾ, 2:1। ਤਾਂ 2:1 ਕਿੱਥੇ ਆਪਣੀ, ਰਾਈਟ ਆਂਸਰ ਕੀ ਆ ਗਿਆ, B। ਕਲੀਅਰ ਹੈ, ਧਿਆਨ ਨਾਲ ਸੁਣ ਲਓ ਬਸ। ਜਦੋਂ ਵੀ ਤੁਹਾਨੂੰ ਰੇਸ਼ੋ ਕਹਿ ਦੇਣ ਨਾ, ਪਹਿਲਾਂ ਇਕੁਏਸ਼ਨ ਬੈਲੈਂਸ ਕਰ ਲਿਓ ਬਸ। ਕਈ ਵਾਰੀ ਕੀ ਹੈ, ਐਗਜ਼ਾਮੀਨਰ ਜ਼ਿਆਦਾ ਹੀ ਤੁਹਾਨੂੰ ਕਨਫਿਊਜ਼ ਕਰ ਦਿੰਦਾ, ਜਾਂ ਜ਼ਿਆਦਾ ਹੀ ਤੁਹਾਨੂੰ ਹਾਰਡ ਲੈਵਲ ਦਾ ਜਿਹੜਾ ਕੁਐਸਚਨ ਪੁੱਛਣ ਦੀ ਕੋਸ਼ਿਸ਼ ਕਰ ਸਕਦਾ, ਤਾਂ ਜ਼ਿਆਦਾ ਇਹੀ ਕਰ ਸਕਦਾ, ਇਦੋਂ ਵੱਧ ਕੁਝ ਵੀ ਨਹੀਂ, ਇਦੋਂ ਵੱਧ ਨਹੀਂ ਆ ਸਕਦਾ, ਠੀਕ ਹੈ। ਤਾਂ ਜੇ ਤੁਹਾਨੂੰ ਉੱਥੇ ਬੱਚਾ ਕੋਈ ਕਨਫਿਊਜ਼ ਵੀ ਹੁੰਦਾ ਤਾਂ ਕੋਈ ਗੱਲ ਨਹੀਂ, ਤੁਸੀਂ ਸਿੰਪਲ ਵੀ ਕਰ ਲਿਓ। ਜੇ ਤੁਸੀਂ ਕਨਫਿਊਜ਼ ਹੁੰਦੇ ਹੋ ਜਾਂ ਨਹੀਂ ਸਮਝ ਲੱਗਦੀ, ਵੈਸੇ ਤੁਸੀਂ ਜੇ ਬੈਲੈਂਸ ਕਰਕੇ ਕਰੋਗੇ ਤਾਂ ਤੁਹਾਡਾ ਕੁਐਸਚਨ ਨਹੀਂ ਕੋਈ ਗਲਤ ਕਰ ਸਕਦਾ। ਚਲੋ ਹੁਣ ਚੱਲਦੇ ਹਾਂ ਅੱਗੇ। which among the following statement is true। ਤਾਂ ਆਪਾਂ ਦੱਸਣਾ ਇਹਦੇ ਵਿੱਚੋਂ ਸਹੀ ਕਿਹੜੀ ਹੈ। ਇਹੋ ਜਿਹੇ ਕਨਫਿਊਜ਼ਨ ਕਰਦੇ ਆ ਨਾ ਕੁਐਸਚਨ, ਤਾਂ ਇਹਦੇ ਵਿੱਚੋਂ ਦੱਸਣਾ ਟਰੂ ਕਿਹੜੀ ਹੈ, ਸਹੀ ਕਿਹੜੀ ਹੈ। ਐਕਸਪੋਜ਼ਰ ਆਫ ਸਿਲਵਰ ਕਲੋਰਾਈਡ ਟੂ ਸਨਲਾਈਟ, ਠੀਕ ਹੈ। ਹੁਣ ਕਿਉਂ ਇਹਨਾਂ ਐਕਸਪੋਜ਼ਰ ਹੋਈ ਜਾਂਦਾ ਸਿਲਵਰ ਕਲੋਰਾਈਡ ਦਾ, ਕਾਹਦੇ ਵਿੱਚ, ਸਨਲਾਈਟ ਦੇ ਵਿੱਚ, ਲੰਮੇ ਸਮੇਂ ਵਾਸਤੇ, ਠੀਕ ਹੈ।
ਤਾਂ ਉਹਨੂੰ ਕੀ ਕਰ ਦਿੰਦਾ, ਗ੍ਰੇ ਕਰ ਦਿੰਦਾ। ਕਿਉਂ ਕਰਦਾ? ਹੁਣ ਦੇਖੋ ਸਿਲਵਰ ਕਲੋਰਾਈਡ ਤੁਸੀਂ ਰੱਖਿਆ ਏ ਜੀ ਆਪਣੇ ਕੋਲ ਏ ਜੀ ਹੈ ਨਾ, ਹਾਂ ਏ ਜੀ ਹੁੰਦਾ ਆਪਣਾ, ਕੀ ਹੁੰਦਾ ਸਿਲਵਰ ਹੁੰਦਾ, ਠੀਕ ਹੈ। ਉਹਦੇ ਵਿੱਚ ਕੀ ਹੈ ਆਪਣੇ ਕੋਲ, ਕੀ ਕਰਾਂਗੇ AgCl, ਇਹ ਕੀ ਆਪਣੇ ਕੋਲੇ, ਧਿਆਨ ਨਾਲ ਦੇਖੇ ਚਲੋ ਜੋ ਮੈਂ ਦੱਸਣ ਲੱਗਿਆ ਇੱਕ ਦੇ ਵਿੱਚੋਂ ਤੁਹਾਨੂੰ 5-7 ਕੁਐਸਚਨ ਬਣਾ ਕੇ ਦਊਂਗਾ। AgCl ਕੀ ਹੈ, ਉਹ ਹੈਗਾ ਸਿਲਵਰ ਕਲੋਰਾਈਡ ਆ ਰਿਹਾ, ਠੀਕ ਹੈ। ਉਹ ਕਹਿੰਦੇ ਜੀ ਇਹਨੂੰ ਧੁੱਪੇ ਰੱਖਤਾ ਜੇ ਸਨਲਾਈਟ ਦੇ ਵਿੱਚ, ਠੀਕ ਹੈ, ਸਨਲਾਈਟ ਦੇ ਵਿੱਚ ਰੱਖਤਾ। ਹੁਣੇ ਮੈਂ ਤੁਹਾਨੂੰ ਇੱਕ ਚੀਜ਼ ਕਹੀ ਸੀ, ਜਦੋਂ ਕਿਸੇ ਵੀ ਕੈਮੀਕਲ ਦੇ ਵਿੱਚ, ਠੀਕ ਹੈ, ਕਿਸੇ ਵੀ ਕੈਮੀਕਲ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਆਪਾਂ ਹੀਟ ਦਿੰਨੇ ਆ ਉਹ ਟੁੱਟਦੀ ਆ, ਜਦੋਂ ਉਹਨੂੰ ਹੀਟ ਜ਼ਿਆਦਾ ਹੀ ਪ੍ਰੋਡਿਊਸ ਕਰਦੇ ਆ ਉਹ ਟੁੱਟੂਗੀ ਨਾ, ਤਾਂ ਮਤਲਬ ਇੱਥੇ ਕਿਹੜਾ ਰਿਐਕਸ਼ਨ ਹੋਈ ਜਾਂਦਾ, ਡੀਕੰਪੋਜੀਸ਼ਨ। ਹੁਣੇ ਦੱਸਿਆ ਸੀ ਨਾ, ਡੀਕੰਪੋਜੀਸ਼ਨ ਰਿਐਕਸ਼ਨ ਹੋਈ ਜਾਂਦਾ। ਹੁਣ ਦੇਖੋ ਇੱਕ ਕੁਐਸਚਨ ਬਣ ਗਿਆ। ਹੁਣ ਜੇ ਇੱਥੇ ਰਿਐਕਸ਼ਨ ਪੁੱਛ ਲੈਂਦੇ ਨਾ, ਸਿੱਧਾ ਤੁਹਾਨੂੰ ਬਿਨਾ ਫਾਰਮੂਲਾ ਦਿੱਤੇ ਕਿ ਐਕਸਪੋਜ਼ਰ ਆਫ ਸਿਲਵਰ ਕਲੋਰਾਈਡ ਟੂ ਸਨਲਾਈਟ ਐਂਡ ਵਾਟ ਇਜ਼ ਦਾ ਰਿਐਕਸ਼ਨ, ਠੀਕ ਹੈ, ਤਾਂ ਆਪਣਾ ਕੀ ਆ ਜਾਣਾ ਸੀਗਾ, ਡੀਕੰਪੋਜੀਸ਼ਨ ਰਿਐਕਸ਼ਨ, ਮਤਲਬ ਉਹ ਹੀਟ ਦਿੱਤੀ ਉਹਨੂੰ ਟੁੱਟ ਹੀ ਜਾਂਦਾ। ਹੁਣ ਪ੍ਰੋਸੈਸ ਕਿਹੜਾ ਇਹ ਹੋ ਜਾਂਦਾ ਆਪਣੇ ਕੋਲੇ ਐਂਡੋਥਰਮਿਕ, ਕਿਉਂਕਿ ਹੀਟ ਉਹਦੇ ਵਿੱਚ ਇਨਵੋਲਵ ਹੋ ਜਾਂਦੀ ਨਾ, ਮਤਲਬ ਬਣੀ ਜਾਂਦੀ ਉਹਦੇ ਵਿੱਚ। ਹੁਣ ਦੇਖੋ ਅੱਗੋਂ ਕੀ ਆਪਣੇ ਕੋਲੇ, ਹੁਣ ਇੱਕ ਚੀਜ਼ ਆਪਣੇ ਕੋਲ ਹੋ ਹੈਗੀ ਹੈ, ਬਣੀ ਕੀ ਜਾਂਦਾ ਸਨਲਾਈਟ ਤੋਂ ਬਾਅਦ, ਇਹ ਬਣੀ ਜਾਂਦਾ Ag, ਮਤਲਬ ਸਿਲਵਰ ਬਣੀ ਜਾਂਦਾ, ਨਾਲ ਕੀ ਹੈ Cl2, ਠੀਕ ਹੈ। ਹੁਣ ਦੇਖੋ ਹੁਣ ਆਪਾਂ ਨੂੰ ਕੀ ਦੱਸਿਆ, ਇੱਕ ਕੁਐਸਚਨ ਹੋਰ ਬੰਦਾ ਇੱਥੇ ਕਿ ਜਿਹੜਾ ਸਿਲਵਰ ਕਲੋਰਾਈਡ ਹੁੰਦਾ ਕਿਹੜੇ ਕਲਰ ਦਾ ਹੁੰਦਾ, ਇਹ ਹੁੰਦਾ ਵਾਈਟ ਸੋਲਿਡ। ਤੁਹਾਨੂੰ ਮੈਂ ਵਾਰ-ਵਾਰ ਕਹਿ ਰਿਹਾ ਕਿੰਨੇ ਕੁਐਸਚਨ ਬਣਾ ਦੇਣੇ ਤੁਹਾਨੂੰ, ਇਹ ਹੁੰਦਾ ਵਾਈਟ ਸੋਲਿਡ। ਜੇ ਸਿੱਧਾ ਹੀ ਤੁਹਾਨੂੰ ਪੁੱਛ ਲੈਣ ਤਾਂ ਇਹ ਹੁਣ ਰੰਗ ਕਿਹੜਾ ਸ਼ੋ ਕਰੀ ਜਾਂਦਾ, ਇਹ ਕਰੀ ਜਾਂਦਾ ਗ੍ਰੇ, ਤਾਂ ਕਿੰਦਾ ਗ੍ਰੇ ਰੰਗ ਹੋ ਗਿਆ ਧੁੱਪੇ ਰੱਖ ਕੇ ਆਪਾਂ ਜ਼ਿਆਦਾ ਟਾਈਮ, ਤਾਂ ਉਹ ਹੋ ਗਿਆ ਸਿਲਵਰ ਦਾ। ਹੁਣ ਆਣਾ ਆਪਾਂ ਕੁਐਸਚਨ ਤੇ ਕਿ ਇਹਨਾਂ ਨੇ ਪੁੱਛਿਆ ਕਿ ਇਹ ਕਿਉਂ ਹੋਈ ਜਾਂਦਾ, ਦਾ ਫਾਰਮੇਸ਼ਨ ਆਫ ਸਿਲਵਰ ਬਾਈ ਡੀਕੰਪੋਜੀਸ਼ਨ। ਲਓ ਇੱਥੇ ਤੁਹਾਡੇ ਸਾਹਮਣੇ ਪਿਆ ਕਿ ਕਿਹੜਾ ਰਿਐਕਸ਼ਨ ਹੈ, ਡੀਕੰਪੋਜੀਸ਼ਨ, ਠੀਕ ਹੈ। ਕਿੰਦਾ ਹੋਈ ਜਾਂਦਾ ਸਿਲਵਰ ਕਲੋਰਾਈਡ ਦਾ, ਤਾਂ ਫਾਰਮ ਕੀ ਹੋਈ ਜਾਂਦੀ ਹੈ ਸਿਲਵਰ। ਇਹ ਮੈਂ ਤੁਹਾਨੂੰ ਹੁਣੇ ਕਰਕੇ ਦਿਖਾਦਾ ਕੀ ਫਾਰਮ ਹੋਈ ਜਾਂਦਾ, ਸਿਲਵਰ ਹੋਈ ਜਾਂਦਾ, ਉਹ ਕੀ ਹੋ ਗਿਆ ਗ੍ਰੇ, ਰਿਐਕਸ਼ਨ ਕਿਹੜਾ ਡੀਕੰਪੋਜੀਸ਼ਨ। ਤਾਂ ਸਿੱਧਾ ਸਿੱਧਾ ਆਪਣਾ ਰਾਈਟ ਆਪਸ਼ਨ ਕੀ ਹੋਗੀ ਏ। ਦੱਸੋ ਇਹਦੇ ਵਿੱਚ ਕੀ ਔਖਾ ਸੀ, ਸਿਰਫ ਤੁਹਾਨੂੰ ਕਨਸੈਪਟ ਕਲੀਅਰ ਹੋਣੇ ਚਾਹੀਦੇ, ਤਾਂ ਹੀ ਮੈਂ ਦੱਸਿਆ ਨਾ, ਇਹ ਨਹੀਂ ਕੁਐਸਚਨ ਦੱਸਦਾ ਸਿੱਧਾ ਦੱਸਦਾ ਜੀ ਇਹ ਆਨਸਰ ਹੈ ਲੱਭ ਲਓ ਆਪੇ, ਨਹੀਂ ਇਹ ਕੰਮ ਨਹੀਂ ਕਰਨਾ, ਠੀਕ ਹੈ। ਆਪਣਾ ਰਾਈਟ ਆਨਸਰ ਕੀ ਆ ਗਿਆ ਇਹਦਾ, ਰਾਈਟ ਆਨਸਰ ਆ ਗਿਆ ਏ। ਚਲੋ ਹੁਣ ਚੱਲਦੇ ਹਾਂ ਅੱਗੇ, ਅਗਲੇ ਵੇਖ ਲਓ ਸਬਲੀਮੇਸ਼ਨ ਹੈਗਾ, ਨਹੀਂ ਹੈਗਾ। ਡੀਕੰਪੋਜੀਸ਼ਨ ਆਫ ਕਲੋਰਾਈਡ, ਕਲੋਰੀਨ ਦਾ ਨਹੀਂ ਹੋਈ ਜਾਂਦਾ, ਤਾਂ ਆਪਣੇ ਕੋਲ ਕੀ ਆਕਸੀਡੇਸ਼ਨ ਹੋਈ ਜਾਂਦਾ, ਆਕਸੀਡੇਸ਼ਨ। ਤਾਂ ਆਪਣੇ ਕੋਲ ਅੱਗੇ ਡੀਕੰਪੋਜੀਸ਼ਨ ਰਿਐਕਸ਼ਨ ਨਹੀਂ ਦਿੱਤਾ ਹੋਇਆ ਨਾ, ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਫਿਰ ਏ। ਹੁਣ ਚੱਲਦੇ ਹਾਂ ਅੱਗੇ, ਹੁਣ ਆ ਜਾਓ ਐਸਿਡ ਬੇਸ ਤੇ। which of the following is an inorganic acid, ਠੀਕ ਹੈ। ਆਪਾਂ ਦੱਸਣਾ ਇਨਆਰਗੈਨਿਕ ਕਿਹੜੇ ਹੁੰਦੇ ਆ, ਆਪਾਂ ਦੋ ਤਰ੍ਹਾਂ ਨਾਲ ਪੜ੍ਹੇ ਆ ਨਾ, ਇੱਕ ਤਾਂ ਪੜ੍ਹੇ ਆ ਆਰਗੈਨਿਕ, ਠੀਕ ਹੈ, ਇੱਕ ਪੜ੍ਹੇ ਆ ਇਨਆਰਗੈਨਿਕ। ਇਹਨਾਂ ਨੂੰ ਹੋਰ ਕਿਹੜੇ ਕਹਿ ਦਿੰਦੇ ਆ, ਮਿਨਰਲ ਵੀ ਕਹਿ ਦਿੰਦੇ ਆ, ਠੀਕ ਹੈ। ਮਿਨਰਲ ਕਿਉਂ ਕਹਿ ਦਿੰਦੇ ਆ, ਧਰਤੀ ਦੀ ਜਿਹੜੀ ਅਰਥ ਕਰਸਟ ਹੁੰਦੀ ਹੈ ਨਾ, ਅਰਥ ਕਰਸਟ ਉੱਥੋਂ ਮਿਲਦੇ ਆ, ਤਾਂ ਕਰਕੇ ਉੱਥੋਂ ਦੇ ਮਿਨਰਲ ਤੋਂ ਮਿਲਦੇ ਆ, ਤਾਂ ਕਰਕੇ ਇਹਨਾਂ ਨੂੰ ਕਹਿੰਦੇ ਮਿਨਰਲ ਜਿਹੜੇ ਐਸਿਡ, ਠੀਕ ਹੈ। ਹੁਣ ਆਪਣੇ ਕੋਲ ਕੀ ਹੈ, ਕਿਹੜੇ ਹੋਊਗੇ, ਲੈਕਟਿਕ ਤੇ ਸਿਟ੍ਰਿਕ, ਇਹ ਨਹੀਂ ਹੈਗਾ ਕਿਉਂਕਿ ਇਹਦਾ ਤੁਹਾਨੂੰ ਫਰੂਟਸ ਤੇ ਵੈਜੀਟੇਬਲਸ ਦੇ ਵਿੱਚ ਸਾਰੇ ਮੈਂ ਕਰਾਏ ਹੋਏ ਆ ਨਾ। ਐਸਿਡਿਕ ਤੇ ਫੋਰਮਿਕ, ਇਹ ਵੀ ਹੈ ਨਹੀਂ, ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਹਾਈਡਰੋਕਲੋਰਿਕ ਐਸਿਡ ਤੇ ਕਾਰਬੋਨਿਕ ਐਸਿਡ। ਇਹਨਾਂ ਨੂੰ ਫਾਰਮ ਕੀਤਾ ਜਾਂਦਾ, ਇਹ ਵੀ ਯਾਦ ਰੱਖ ਲਿਓ ਕਿ ਇਹਨਾਂ ਨੂੰ ਫਾਰਮ ਕੀਤਾ ਜਾਂਦਾ, ਕੁਦਰਤ ਵੱਲੋਂ ਨਹੀਂ ਆਪਾਂ ਨੂੰ ਮਿਲਦੇ, ਇਹਨਾਂ ਨੂੰ ਲੈਬੋਰੇਟਰੀ ਦੇ ਵਿੱਚ ਬਣਾਇਆ ਜਾਂਦਾ। ਹੋਰ ਜਿਹੜਾ ਸਭ ਤੋਂ ਕਾਮਨ ਤੇ ਮੋਸਟ ਇੰਪੋਰਟੈਂਟ ਹੈਗਾ ਉਹ ਵੀ ਨੋਟ ਕਰ ਲਿਓ, H2SO4, ਠੀਕ ਹੈ। ਮੋਸਟ ਇੰਪੋਰਟੈਂਟ ਹੈ ਇਨਆਰਗੈਨਿਕ ਚ ਸਲਫਿਊਰਿਕ ਐਸਿਡ, ਸਲਫਿਊਰਿਕ ਐਸਿਡ, ਠੀਕ ਹੈ। ਚਲੋ ਹੁਣ ਚੱਲਦੇ ਹਾਂ ਅੱਗੇ। ਹੁਣ ਇੱਧਰ ਮੈਚਿੰਗ ਕਰਨੀ ਹੈ, ਇਹੋ ਜਿਹੇ ਕੁਐਸਚਨ ਵੀ ਪੁੱਛਦੇ ਹੁੰਦੇ ਆ ਨਾ, ਕਹਿੰਦੀ ਮੈਚਿੰਗ ਕਰੋ। ਵਿਨੇਗਰ, oxalic ਐਸਿਡ, orange acetic ਐਸਿਡ, ਟੈਮਰਿੰਡ, ਸਿਟਰਿਕ ਐਸਿਡ ਤੇ ਟੋਮੈਟੋ ਤੇ ਟਰਟੈਰਿਕ ਐਸਿਡ, ਠੀਕ ਹੈ। ਇਹਨਾਂ ਦੀ ਆਪਾਂ ਮੈਚਿੰਗ ਕਰਨੀ ਹੈ, ਕਿਹੜਾ ਕਿਹੜਾ ਆਊ। ਤਾਂ ਹੁਣ ਆਪਾਂ ਆਪਸ਼ਨਾਂ ਥੱਲੇ ਦਿੱਤੀਆਂ ਹੋਈਆਂ, ਵੀਡੀਓ ਪੌਜ਼ ਕਰਕੇ ਕਰ ਸਕਦੇ ਹੋ ਕਿਉਂਕਿ ਜ਼ਿਆਦਾ ਸਮੇਂ ਤੁਹਾਡਾ ਮੈਂ ਨਹੀਂ ਲਊਂਗਾ, ਜੇ ਲਾਈਵ ਹੋਵਾਂ ਤਾਂ ਤੁਹਾਡੇ ਨਾਲ ਇੰਟਰੈਕਟ ਵੀ ਕਰ ਲਾਂ। ਆਪਣਾ ਰਾਈਟ ਆਨਸਰ ਕੀ ਆਊਗਾ ਇਹਦਾ, ਦੇਖੋ ਸਭ ਤੋਂ ਪਹਿਲਾਂ ਕੀ ਹੈ ਆਪਣੇ ਕੋਲੇ ਵਿਨੇਗਰ। ਵਿਨੇਗਰ ਦੇ ਵਿੱਚ ਕਿਹੜਾ ਹੁੰਦਾ ਆਪਣੇ ਕੋਲੇ, ਇਹਦੇ ਨਾਲ 5 ਕੁਐਸਚਨ, 4 ਤੋਂ 5 ਕੁਐਸਚਨ ਕਲੀਅਰ ਹੋਣਗੇ, ਠੀਕ ਹੈ। ਜੇ ਸਿੱਧਾ ਹੀ ਪੁੱਛ ਲੈਣ ਵਿਨੇਗਰ ਚ ਕਿਹੜਾ ਹੁੰਦਾ, ਫਿਰ orange ਚ ਕਿਹੜਾ ਹੁੰਦਾ, ਟੈਮਰਿੰਡ ਚ ਕਿਹੜਾ ਹੁੰਦਾ, ਟੋਮੈਟੋ ਚ ਕਿਹੜਾ ਹੁੰਦਾ, 4 ਕੁਐਸਚਨ ਹੋ ਗਏ ਨਾ ਸਿੱਧੇ ਸਿੱਧੇ। ਪੰਜਵਾਂ ਜਿਹੜਾ ਤੁਸੀਂ ਕਰੀ ਜਾਂਦੇ ਆ, ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਜਿੰਨੇ ਵੀ ਕਰਾਉਂਗਾ ਉਹ ਦੁੱਗਣੇ ਕੁਐਸਚਨ ਮੰਨ ਕੇ ਚੱਲਿਓ, ਤੁਸੀਂ ਕਰਕੇ ਗਏ ਆ। ਵਿਨੇਗਰ ਚ ਕਿਹੜਾ ਹੋ ਗਿਆ ਬੀ ਆਪਸ਼ਨ, ਠੀਕ ਹੈ, ਐਸੀਟਿਕ ਐਸਿਡ। ਹੁਣ ਆ ਜੋ orange ਤੇ ਕਿਹੜਾ ਆ ਗਿਆ ਆਪਣੇ ਕੋਲੇ ਸੀ, ਸਿਟਰਿਕ ਹੁੰਦਾ ਨਾ ਫਰੂਟ ਆਪਣੇ ਕੋਲੇ, ਸਿਟਰਿਕ ਐਸਿਡ। ਹੋਰ ਟੈਮਰਿੰਡ ਦੇ ਵਿੱਚ ਕਿਹੜਾ ਹੁੰਦਾ, ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਇਹਦਾ 3 ਦਾ ਡੀ ਆਏਗਾ, ਠੀਕ ਹੈ, ਟਰਟੈਰਿਕ ਐਸਿਡ। ਹੁਣ ਇਹ ਕੀ ਹੁੰਦਾ, ਇਮਲੀ, ਇਮਲੀ ਹੁੰਦੀ ਹੈ ਨਾ,
ਚਲੋ ਟੋਮੈਟੋ ਦੇ ਵਿੱਚ ਫਿਰ ਕਿਹੜਾ ਰਹਿ ਗਿਆ ਲਾਸਟ ਤੇ ਆਕਜ਼ੈਲਿਕ ਐਸਿਡ। ਯਾਦ ਹੋ ਗਏ, ਵਿਨੇਗਰ ਦੇ ਵਿੱਚ ਹੁੰਦਾ ਐਸਿਟਿਕ, ਔਰੇਂਜ ਦੇ ਵਿੱਚ ਸਿਟ੍ਰਿਕ, ਟੈਮਰਿੰਡ ਦੇ ਵਿੱਚ ਹੁੰਦਾ ਟਾਰਟੈਰਿਕ ਐਸਿਡ ਤੇ ਟੋਮੈਟੋ ਦੇ ਵਿੱਚ ਹੁੰਦਾ ਆਕਜ਼ੈਲਿਕ ਐਸਿਡ। ਤਾਂ ਆਪਣਾ ਰਾਈਟ ਆਂਸਰ ਕੀ ਆਊਗਾ ਇਹਦਾ? ਫਿਰ ਰਾਈਟ ਆਂਸਰ ਆਏਗਾ ਆਪਣੇ ਕੋਲੇ ਬੀ। ਠੀਕ ਹੈ, ਪਹਿਲੇ ਦਾ ਬੀ ਆਪਸ਼ਨ, ਵਿਨੇਗਰ ਦਾ ਬੀ ਆਪਸ਼ਨ, ਠੀਕ ਹੈ, ਦੂਜੇ ਦਾ ਸੀ ਆਪਸ਼ਨ ਔਰੇਂਜ ਦਾ, ਤੀਜੇ ਦਾ ਕੀ ਆਊਗਾ ਡੀ ਆਪਸ਼ਨ ਤੇ ਚੌਥੇ ਦਾ ਆਊਗਾ ਏ ਆਪਸ਼ਨ। ਦੇਖੋ ਕਿੰਨਾ ਵਧੀਆ ਕੁਐਸਚਨ ਸੀਗਾ। ਹੁਣ ਚੱਲਦੇ ਹਾਂ ਅੱਗੇ। which one of the given acids is used in the treatment of bone marrow and scurvy? ठीक है, scurvy disease। मोस्ट इंपोर्टेंट क्वेश्चन है, मोस्ट इंपोर्टेंट, क्योंकि ਇਹੋ ਜਿਹੀਆਂ ਚੀਜ਼ਾਂ ਕਨਫਿਊਜ਼ ਕਰਦੀਆਂ। ਐਸਿਡ ਬੇਸ ਤਾਂ ਸਾਰੇ ਪੜ੍ਹੀ ਵੀ ਜਾਂਦੇ ਤੇ ਪੜ੍ਹਾਈ ਵੀ ਜਾਂਦੇ ਕਿ ਕਿਹੜਾ ਐਸਿਡ ਕਾਹਦੇ ਚ ਹੁੰਦਾ, ਕਿਹੜਾ ਐਸਿਡ ਕਿਵੇਂ ਹੁੰਦਾ, ਕਿਹੜੀਆਂ ਚੀਜ਼ਾਂ ਕਿਵੇਂ ਹੁੰਦੀਆਂ। ਬਹੁਤ ਡਿਟੇਲਡ ਕੁਐਸਚਨ ਹੈ ਇਹ, ਬਹੁਤ ਜ਼ਿਆਦਾ ਡੀਪ ਤੇ ਡਿਟੇਲਡ। ਇਦੋਂ ਡੀਪ ਹੋ ਜਾ ਹੀ ਨਹੀਂ ਸਕਦਾ ਐਗਜ਼ਾਮੀਨਰ। ਠੀਕ ਹੈ, ਆਪਣਾ ਰਾਈਟ ਆਂਸਰ ਕੀ ਆਊਗਾ ਇਹਦੇ ਵਿੱਚੋਂ? ਰਾਈਟ ਆਂਸਰ ਆਪਣੇ ਕੋ ਕਾਹਦੇ ਵਿੱਚ ਪੁੱਛਿਆ ਗਿਆ? ਸਕਰਵੀ ਡਿਸੀਜ਼ ਦੇ ਵਿੱਚ। ਠੀਕ ਹੈ, ਸਕਰਵੀ ਡਿਸੀਜ਼ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ? ਤਾਂ ਆਪਣਾ ਰਾਈਟ ਆਂਸਰ ਕੀ ਆਊਗਾ? ਐਸਕੋਰਬਿਕ ਐਸਿਡ। ਇਹਦੇ ਵਿੱਚ ਕਿਹੜਾ ਵਿਟਾਮਿਨ ਚਾਹੀਦਾ ਹੁੰਦਾ ਆਪਾਂ ਨੂੰ? ਇਹਦੇ ਵਿੱਚ ਇਹਨਾਂ ਦਾ ਪਤਾ ਹੋਊਗਾ ਨਾ ਕਿ ਵਿਟਾਮਿਨ ਕਿਹੜਾ ਚਾਹੀਦਾ, ਉਹ ਚਾਹੀਦਾ ਸੀ। ਤਾਂ ਉਹ ਸਿੱਧਾ ਸਿੱਧਾ ਕਿਹੜਾ ਹੁੰਦਾ? ਉਹ ਹੁੰਦਾ ਐਸਕੋਰਬਿਕ ਐਸਿਡ। ਠੀਕ ਹੈ, ਇਹਨੂੰ ਵਿਟਾਮਿਨ ਸੀ ਵੀ ਕੰਸੀਡਰ ਕਰ ਦਿੰਦੇ ਆ। ਬਸ ਇੰਨਾ ਯਾਦ ਰੱਖ ਲਿਓ, ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਠੀਕ ਹੈ, ਹੁਣ ਚੱਲਦੇ ਹਾਂ ਅੱਗੇ। ਅੱਗੇ ਆ ਜਾਓ ਹੁਣ 9ਵੇਂ ਤੇ। ਠੀਕ ਹੈ, which of the following properties is closely related to acids? ਠੀਕ ਹੈ, ਸਿੰਪਲ, ਸੌਖਾ ਤੇ ਬਹੁਤ ਵਧੀਆ ਕੁਐਸਚਨ ਹੈ। ਇਹਦੇ ਵਿੱਚੋਂ ਦੱਸਣਾ ਕਿਹੜੀ ਪ੍ਰੋਪਰਟੀ ਹੈ ਜਿਹੜੀ ਕਲੋਜ਼ਲੀ ਰਿਲੇਟ ਕਰਦੀ ਹੈ ਐਸਿਡ ਦੇ ਨਾਲ। ਸਭ ਤੋਂ ਪਹਿਲਾਂ ਕੰਟੇਨ ਦਾ ਹਾਈਡਰੋਕਸਾਈਡ ਆਇਨਸ। ਹਾਈਡਰੋਕਸਾਈਡ ਕਿਹੜੇ ਹੁੰਦੇ ਆ? OH ਆਇਨਸ। ਉਹ ਤਾਂ ਬੇਸਿਕ ਦੇ ਹੁੰਦੇ ਆ, ਉਹ ਤਾਂ ਹੈ ਹੀ ਨਹੀਂ ਹੁੰਦੇ, ਇਹ ਵੀ ਗਲਤ ਹੈ। ਠੀਕ ਹੈ, ਬਿਟਰ ਟੇਸਟ ਹੁੰਦਾ ਨਹੀਂ ਹੁੰਦਾ। ਸੋਰ ਤੇ ਸੋਲਟੀ ਕਿਵੇਂ ਹੋ ਜਾਊਗਾ? ਤਾਂ ਸੋਰ ਕੀ ਹੁੰਦਾ? ਸੋਰ ਖੱਟੇ ਹੁੰਦੇ ਆ, ਐਸਿਡਿਕ। ਠੀਕ ਹੈ, ਤਾਂ ਆਪਣਾ ਰਾਈਟ ਆਂਸਰ ਕੀ ਆ ਗਿਆ? ਸੀ ਆਪਸ਼ਨ। ਠੀਕ ਹੈ, ਸੋਰ ਹੁੰਦੇ ਆ ਟੇਸਟ ਦੇ ਵਿੱਚ ਐਸਿਡ, ਇਹ ਪ੍ਰੋਪਰਟੀ ਹੁੰਦੀ ਹੈ ਇਹਨਾਂ ਦੀ, ਕਰਾਈਆਂ ਹੋਈਆਂ ਨਾ ਐਕਸਪਲੇਨੇਸ਼ਨ। ਹੁਣ ਚੱਲਦੇ ਹਾਂ ਅੱਗੇ। ਮੈਂ ਵਾਰ-ਵਾਰ ਕਹਿ ਰਿਹਾ, ਸਮਝ ਲਓ ਦੇਸੀ ਘਿਓ ਵਾਲੀ ਕਲਾਸ ਹੈ ਇਹ। ਇੱਕ ਇੱਕ ਚੀਜ਼ ਤੁਹਾਨੂੰ ਮੈਂ ਇਹ ਮੰਨ ਕੇ ਚੱਲੋ, ਜਿੰਨੇ ਵੀ ਤੁਸੀਂ ਕੁਐਸਚਨ ਦੇਖੀ ਜਾਂਦੇ ਹੋ ਨਾ, ਜਿੰਨੇ ਵੀ ਕੁਐਸਚਨ ਤੁਹਾਨੂੰ ਦਿਖਣਗੇ ਵੀਡੀਓ 'ਚ, 3 ਆਵਰਸ ਪਲੱਸ ਮੇਰਾ ਟਾਈਮ ਲੱਗਿਆ ਇਹਦੇ ਵਿੱਚ। ਠੀਕ ਹੈ, ਤਾਂ ਦੇਖ ਲਓ ਹੁਣ ਮੈਂ ਕਿੰਨਾ ਜ਼ਿਆਦਾ ਨਿਚੋੜ ਕਰੀ, ਤੁਸੀਂ ਖੁਦ ਦੇਖ ਹੀ ਸਕਦੇ ਹੋ। ਇਹ ਨਹੀਂ ਫਾਲਤੂ ਕੁਐਸਚਨ ਕੋਈ ਵੀ ਹੈ ਨਹੀਂ। ਵਿਚ ਆਫ ਦਾ ਫੋਲੋਇੰਗ ਫਿਨੋਮੀਨਾ ਅਕਰਸ ਵੈਨ ਐਸਿਡ ਇਜ਼ ਮਿਕਸਡ ਵਿਦ ਵਾਟਰ? ਇਹਨਾਂ ਵਿੱਚੋਂ ਤਿੰਨਾਂ ਚੋਂ ਦੱਸਣਾ ਕਿਹੜਾ ਫਿਨੋਮੀਨਾ ਹੁੰਦਾ। ਠੀਕ ਹੈ, ਕਿਹੜੀ ਕਿਰਿਆ ਹੁੰਦੀ ਹੈ ਜਾਂ ਕਿਹੜੀ ਚੀਜ਼ ਹੁੰਦੀ ਹੈ ਇਹਨਾਂ ਤਿੰਨਾਂ ਵਿੱਚੋਂ ਜਦੋਂ ਆਪਾਂ ਐਸਿਡ ਨੂੰ ਕਾਹਦੇ ਵਿੱਚ ਮਿਲਾਉਂਦੇ ਆ? ਵਾਟਰ ਦੇ ਵਿੱਚ। ਕਲੀਅਰ ਹੈ ਨਾ? ਹੁਣ ਆਪਾਂ ਇਹਨਾਂ ਚੋਂ ਦੱਸਣਾ ਨਿਊਟਰਲਾਈਜੇਸ਼ਨ ਹੁੰਦਾ, ਡਾਇਲੂਸ਼ਨ ਹੁੰਦਾ, ਆਇਨਾਈਜੇਸ਼ਨ ਹੁੰਦਾ। ਤਾਂ ਆਪਣਾ ਕੀ ਆਂਸਰ ਆਊਗਾ ਇਹਦਾ? ਦੇਖੋ ਤੁਹਾਨੂੰ ਮੈਂ ਨਾਲ ਐਕਸਪਲੇਨ ਵੀ ਕਰਦਾ। ਜਦੋਂ ਆਪਾਂ ਐਸਿਡ ਨੂੰ ਵਾਟਰ ਦੇ ਵਿੱਚ ਮਿਲਾਵਾਂਗੇ, ਸਭ ਤੋਂ ਪਹਿਲਾਂ ਕੀ ਕਰੂਗਾ? ਆਇਨ ਰਿਲੀਜ਼ ਕਰੂਗਾ ਨਾ। ਤਾਂ ਇੱਕ ਤਾਂ ਆਪਣੀ ਰਾਈਟ ਹੋ ਗਈ ਆਪਸ਼ਨ ਸੀ, ਤਾਂ ਹੁੰਦਾ ਹੀ ਹੁੰਦਾ। ਹੁਣ ਦੇਖੋ ਜਦੋਂ ਵੀ ਤੁਸੀਂ ਐਸਿਡ ਨੂੰ ਵਾਟਰ ਦੇ ਵਿੱਚ ਮਿਲਾਉਂਦੇ ਆ ਨਾ, ਠੀਕ ਹੈ, ਐਸਿਡ ਜਾਂ ਕੁਝ ਵੀ ਚੀਜ਼ ਹੈ, ਬੇਸ ਲਾ ਲਓ। ਠੀਕ ਹੈ, ਉਦੋਂ ਕੀ ਹੁੰਦਾ? ਜੇ ਮੰਨ ਕੇ ਚਲੋ ਵਾਟਰ ਕੀ ਹੈ 100 ml ਹੈ। ਇੱਕ ਚੀਜ਼ ਯਾਦ ਰੱਖਿਓ ਕਿ ਜਦੋਂ ਵੀ ਤੁਹਾਨੂੰ ਆਪਸ਼ਨਾਂ ਦੇ ਵਿੱਚ ਆ ਜੇ ਨਾ ਕਿ ਤੁਸੀਂ ਵਾਟਰ ਨੂੰ ਐਸਿਡ 'ਚ ਮਿਲਾਓਗੇ ਜਾਂ ਐਸਿਡ ਨੂੰ ਵਾਟਰ ਦੇ, ਤੁਸੀਂ ਰਾਈਟ ਆਂਸਰ ਲਾਣਾ ਐਸਿਡ ਨੂੰ ਵਾਟਰ 'ਚ ਮਿਲਾਵਾਂਗੇ। ਠੀਕ ਹੈ, ਵਾਟਰ ਦੀ ਕੁਆਂਟੀਟੀ ਜ਼ਿਆਦਾ ਹੋਣੀ ਚਾਹੀਦੀ ਹੈ। ਰੀਜ਼ਨ ਇਹ ਹੈ ਕਿ ਫਿਰ ਰਿਐਕਟ ਨਹੀਂ ਕਰੂਗਾ, ਰਿਐਕਟ ਘੱਟ ਕਰੂਗਾ। ਕਲੀਅਰ ਹੈ? ਜੇ ਤੁਸੀਂ ਐਸਿਡ ਦੇ ਵਾਟਰ ਪਾ ਦੋਗੇ ਤਾਂ ਫਿਰ ਰਿਐਕਸ਼ਨ ਬਹੁਤ ਤੇਜ਼ ਹੋਣ ਵਾਲੀ ਹੈ ਤੇ ਫਿਰ ਅੱਗ ਵੀ ਲੱਗਣ ਵਾਲੀ ਹੈ। ਤਾਂ ਹੁਣ ਦੇਖੋ 100 ml ਹੈ ਤਾਂ 50 ml ਪਾਤਾ। ਠੀਕ ਹੈ, ਹੁਣ ਜੇ ਇਹਨੂੰ 200 ਕਰ ਦਈਏ ਤਾਂ ਉਹਨੂੰ 50 ਹੀ ਰੱਖੀਏ, ਤਾਂ ਫਿਰ ਇਹ ਕੀ ਹੋਊਗਾ? ਆਪਣਾ ਕੀ ਹੁੰਦਾ ਜਾਊਗਾ? ਨਾਲ ਨਾਲ ਡਾਇਲੂਸ਼ਨ ਹੁੰਦਾ ਜਾਊਗਾ। ਠੀਕ ਹੈ, ਘੁਲਣਸ਼ੀਲ ਘੁਲਦਾ ਜਾਊਗਾ ਬਸ। ਤਾਂ ਆਪਣੇ ਦੋਨੋਂ ਨਿਊਟਰਲਾਈਜੇਸ਼ਨ ਨਹੀਂ ਹੋਊਗਾ, ਕਿਉਂਕਿ ਨਿਊਟਰਲਾਈਜੇਸ਼ਨ ਕਿੰਨਾ ਹੁੰਦਾ? ਜੇ ਆਪਾਂ ਬੇਸ ਤੇ ਐਸਿਡ ਮਿਲਾਉਂਦੇ ਆ ਤਾਂ ਨਿਊਟਰਲਾਈਜੇਸ਼ਨ ਹੁੰਦਾ, ਵਾਟਰ ਬਣਦਾ ਆਪਣੇ ਕੋਲੇ। ਠੀਕ ਹੈ, ਤਾਂ ਆਪਣਾ ਰਾਈਟ ਆਂਸਰ ਕੀ ਆ ਗਿਆ? ਬੀ ਤੇ ਸੀ। ਬੀ ਸੀ ਕਿੱਥੇ ਆਪਣੇ ਕੋਲੇ? ਆ ਰਹੇ, ਡੀ ਆਪਸ਼ਨ ਆਪਣਾ ਰਾਈਟ ਆ ਗਿਆ। ਕਲੀਅਰ ਹੈ? ਥੋੜੇ ਥੋੜੇ ਨਾਲ ਕੰਸੈਪਟ ਯਾਦ ਕਰਦੇ ਜਾਓਗੇ, ਬਹੁਤ ਵਧੀਆ ਚੀਜ਼ਾਂ ਇਹ। ਠੀਕ ਹੈ, ਬੀ ਤੇ ਸੀ ਆ ਗਿਆ ਆਪਣਾ। ਹੁਣ ਚੱਲਦੇ ਹਾਂ ਅੱਗੇ। ਕਾਰਬਨ ਦੇ ਕੰਪਾਊਂਡ ਵਾਲੇ ਆ ਜਾਓ, ਬਹੁਤ ਵਧੀਆ ਕੁਐਸਚਨ ਹੈ ਇਹਦੇ ਵਿੱਚ, ਬਹੁਤ ਵਧੀਆ। ਤੁਸੀਂ ਕਹੋਗੇ ਸਰ ਇੱਕੋ ਗੱਲ ਕਹੀ ਇੰਨੇ ਵਾਰੀ, ਕਿਉਂਕਿ ਮੈਂ ਬਹੁਤ ਐਫਰਟ ਕੀਤਾ ਇਸ ਵੀਡੀਓ ਨੂੰ ਬਣਾਉਣ ਤੇ। ਜਿੰਨੀਆਂ ਵੀਡੀਓ ਮੈਂ ਬਣਾਉਣਾ ਬਹੁਤ ਐਫਰਟ ਕਰਦਾ, ਤਾਂ ਹੀ ਮੈਂ ਤੁਹਾਨੂੰ ਤਾਂ ਕਹਿੰਦਾ ਕਿਉਂਕਿ ਰੀਜਨਲ ਬਣਾਉਣਾ ਮੈਂ ਵੀਡੀਓ। ਚਲੋ C3H8 ਬਿਲੋਂਗ ਕਰਦਾ ਹੋਮੋਲੋਜੀਅਸ ਸੀਰੀਜ਼ ਨਾਲ। ਠੀਕ ਹੈ, ਕਿਹੜੀ ਹੈ ਇਹਨਾਂ ਵਿੱਚੋਂ? ਹੋਮੋਲੋਜੀਅਸ ਸੀਰੀਜ਼ ਅਸੀਂ ਸੀ ਨਾ ਮੈਂ, ਜਿੰਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਆਪਣੇ ਕੋਲੇ, ਅਲਕੇਨ, ਠੀਕ ਹੈ, ਅਲਕੀਨ ਹੁੰਦੇ ਆ ਤੇ ਅਲਕਾਈਨਸ ਹੁੰਦੇ ਆ। ਮੈਂ ਲਾਸਟ ਤੇ ਦੱਸਿਆ ਸੀ ਜਦੋਂ ਚੈਪਟਰ ਕਰਾਈ ਜਾਂਦਾ ਸੀਗਾ। ਹੁਣ ਤਾਂ ਟਾਈਮ ਹੈ ਨਹੀਂ ਤਾਂ ਮੈਂ ਤੁਹਾਨੂੰ ਇੰਨੀ ਕੁ ਵਧੀਆ ਸਾਇੰਸ ਕਰਾਣੀ ਸੀ, ਤੁਸੀਂ ਕਹਿਣਾ ਸੀ ਵਾਕਈ। ਠੀਕ ਹੈ, ਪੇਟ ਪੂਟ ਤੇ ਸਭ ਪਿੱਛੇ ਹੋ ਜਾਣੀ ਸੀ। ਤੇ ਹੁਣ ਦੇਖੋ ਫਿਰ ਦੇਖੋ ਮੈਂ ਤੁਹਾਨੂੰ ਐਕਸਪਲੇਨੇਸ਼ਨ ਕਰਾਣੀ ਸੀ, ਇੱਕ ਇੱਕ ਚੀਜ਼ ਦੱਸਣੀ ਸੀ। ਠੀਕ ਹੈ,
ਫਿਰ ਥਿਊਰੀਆਂ ਯਾਦ ਕਰਾਉਣੀਆਂ ਸੀ, ਫਿਰ ਆਪਾਂ ਇਹੋ ਜਿਹੇ MCQ ਕਰਨੇ ਸੀ ਇਦੋਂ ਵੀ ਵਧੀਆ। ਤਾਂ ਹੁਣ ਦੇਖੋ ਇਹਦੇ ਵਿੱਚ ਕੀ ਹੈ, ਕਿਹੜੀ ਹੋਮੋਲੋਜੀਅਸ ਨਾਲ ਜਿਹੜਾ ਇਹ ਕਰਦਾ ਬਿਲੋਂਗ। ਦੇਖ ਲਓ ਹੁਣ ਮੈਂ ਤੁਹਾਨੂੰ ਐਕਸਪਲੇਨੇਸ਼ਨ ਕਰਕੇ ਦੱਸੂਗਾ ਇਹਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ, ਠੀਕ ਹੈ। ਐਲਕੇਨ ਦਾ ਪਹਿਲਾਂ ਤਾਂ ਦੇਖੋ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ, ਇਹ ਕਰਦਾ ਐਲਕੇਨ ਨਾਲ ਕਿਵੇਂ, ਇਹਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲੇ CN, ਠੀਕ ਹੈ, H2N+2, ਇਹੀ ਹੁੰਦਾ ਨਾ। ਜੇ ਤਾਂ ਇਹ ਫਿਲ ਕਰਕੇ ਆਪਣੇ ਕੋਲੇ ਇਹ ਬਣ ਗਿਆ ਤਾਂ ਆਪਣਾ ਐਲਕੇਨ ਆਊਗਾ। ਤੁਹਾਨੂੰ ਮੈਂ ਦੱਸਦਾ ਫਾਰਮੂਲਾ ਤਾਂ ਹੀ ਯਾਦ ਕਰਾਇਆ ਸੀਗਾ ਤਾਂ ਜੋ ਜ਼ਿਆਦਾ ਆ ਜਾਣ ਤਾਂ ਫਿਰ ਤੁਸੀਂ ਬੌਂਡ ਨਹੀਂ ਬਣਾ ਸਕਦੇ। ਉਹ ਮੈਂ ਬੌਂਡ ਵੀ ਬਣਾ ਕੇ ਦਿਖਾ ਦਿੰਦਾ ਕਿਵੇਂ ਕੋਲਵੈਂਟ ਬੌਂਡ ਬਣਿਆ ਹੋਇਆ ਹੈ। CN ਕੀ ਹੈ 3, H ਕੀ ਹੈ 2N, N ਕੀ ਹੈ ਆਪਣੇ ਕੋਲ 3 ਹੈ ਨਾ, N ਦੀ ਵੈਲਿਊ ਪੁੱਟ ਕਰਤੀ ਆਪਾਂ 3। ਮੈਨੂੰ ਪਤਾ ਹੈ ਕਈ ਬੱਚਿਆਂ ਨੂੰ ਨਹੀਂ ਪਤਾ ਲੱਗਿਆ ਨਾ, ਮੈਂ ਦੁਬਾਰਾ ਐਕਸਪਲੇਨ ਕਰ ਦਿੰਦਾ, ਇੱਕ ਵਾਰੀ ਸਮਝ ਲਓ ਬਸ। +2 C3, 2 3 ਦਾ 6, 6 + 2 8 ਬਣ ਗਿਆ ਨਾ। ਤਾਂ ਕਿਹੜੇ ਨਾਲ ਕਰਦਾ ਪਿਆ ਇਹ, ਐਲਕੇਨ ਨਾਲ, ਠੀਕ ਹੈ, ਐਲਕੇਨ ਨਾਲ ਕਰਦਾ ਪਿਆ। ਫਾਰਮੂਲਾ ਤੁਹਾਨੂੰ ਮੈਂ ਦੱਸਤਾ, ਇਹ ਕੀ ਕਰਦੇ ਆ ਸਿੰਗਲ ਬੌਂਡ ਬਣਾਉਂਦੇ ਆ, ਠੀਕ ਹੈ, ਸਿੰਗਲ ਬੌਂਡ ਬਣਾਉਂਦੇ ਆ। ਹੁਣ ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ, ਤੁਹਾਨੂੰ ਮੈਂ ਇਹ ਵੀ ਦੱਸਤਾ। ਹੁਣ ਦੇਖੋ ਇਹਨੂੰ ਬੌਂਡ ਕਿਵੇਂ ਬਣਾਉਂਦੇ ਪਏ, ਜੇ ਤੁਸੀਂ ਪ੍ਰੈਕਟੀਕਲੀ ਕਰਨਾ ਤਾਂ, ਜੇ ਤੁਹਾਨੂੰ ਫਾਰਮੂਲਾ ਨਹੀਂ ਯਾਦ ਰਹਿੰਦਾ ਤਾਂ C ਲੈ ਲਿਆ, C ਕਿੰਨੇ ਆ 3 ਹੈ, ਠੀਕ ਹੈ। C ਦਾ ਆਪਣੀ ਵੈਲਿਊ ਕੀ ਹੁੰਦੀ ਹੈ, ਇਹਨੂੰ ਕਿੰਨੇ ਆਪਣੇ ਕੋਲ ਚਾਹੀਦੇ ਹੁੰਦੇ ਆ ਐਟਮ, ਇਲੈਕਟ੍ਰੋਨ ਕਿੰਨੇ ਚਾਹੀਦੇ ਹੁੰਦੇ ਇਹਨੂੰ ਚਾਹੀਦੇ ਹੁੰਦੇ 4, ਠੀਕ ਹੈ, ਕਿਉਂਕਿ ਇਹਦਾ 6 ਹੁੰਦਾ ਨਾ ਐਟੋਮਿਕ ਨੰਬਰ ਮਾਸ ਵੀ, ਤਾਂ 2 ਤੇ 4 ਹੁੰਦੇ ਆ, 4 ਦੇ ਨਾਲ 8 ਕਰਨੇ ਹੁੰਦੇ ਆ ਇੱਥੇ, ਤਾਂ 8 ਕਰਨ ਵਾਸਤੇ ਇਹਨੂੰ ਚਾਹੀਦੇ ਹੁੰਦੇ, ਦੇਣੇ ਨਹੀਂ ਇਹਨੇ, ਠੀਕ ਹੈ। ਚਾਹੀਦੇ ਕਿਵੇਂ ਹੁੰਦੇ ਆ, ਲੈ ਵੀ ਨਹੀਂ ਸਕਦਾ ਪੂਰੀ ਤਰ੍ਹਾਂ, ਇਹ ਸਿਰਫ ਤੇ ਸਿਰਫ ਸ਼ੇਅਰ ਕਰ ਸਕਦਾ। ਉੱਥੇ 1H, ਫਿਰ 1H ਉੱਪਰ, ਫਿਰ 1H, ਠੀਕ ਹੈ, 1H ਇੱਥੇ ਆ ਬਣੀ ਜਾਂਦੇ ਨਾ ਆਪਣੇ ਕੋਲੇ। ਹੁਣ ਦੇਖੋ 4 ਲੈਣੇ ਹੁੰਦੇ ਆ, ਇੱਕ ਇਹਦੇ ਕੋਲ ਹੈ, ਇੱਕ ਇੱਧਰ ਹੈ, ਇੱਕ ਇੱਧਰ ਹੈ, ਤੇ ਇੱਕ ਇਹਦੇ ਤੋਂ ਲੈ 4 ਲੈ ਲੈਣਾ, ਸਾਰਿਆਂ ਦਾ ਹੀ ਬਣੀ ਜਾਂਦਾ। ਹੁਣ ਦੇਖ ਲਓ ਕਿੰਨੇ ਬਣ ਗਏ, H ਕਿੰਨੀਆਂ 8, 3 ਉੱਪਰ 3 ਨੀਚੇ, ਇੱਕ ਲੈਫਟ ਤੇ ਇੱਕ ਰਾਈਟ ਤੇ 8 ਬਣ ਗਿਆ। C ਕਿੰਨੇ ਆ 3, ਤੇ ਇਹ ਆਪਣੇ ਕੋਲ ਕੀ ਬਣ ਗਿਆ ਐਲਕੇਨ। ਜਿਵੇਂ ਤੁਹਾਨੂੰ ਆਉਂਦਾ ਉਵੇਂ ਯਾਦ ਕਰ ਸਕਦੇ ਆ, ਠੀਕ ਹੈ। ਹੋਮੋਲੋਜੀਅਸ ਆਪਣੀ ਸੀਰੀਜ਼ ਦੇ ਵਿੱਚ ਤਿੰਨੇ ਚੀਜ਼ਾਂ ਆਉਂਦੀਆਂ ਮੇਨ ਜਗ੍ਹੀਆਂ ਜਿਹੜੀਆਂ, ਠੀਕ ਹੈ, ਇਹ ਕਰਾਈ ਹੋਈ ਹੈ ਮੈਂ ਤੁਹਾਨੂੰ ਸੈਚੂਰੇਟਡ ਤੇ ਅਨਸੈਚੂਰੇਟਡ ਦੇ ਵਿੱਚ। ਸੈਚੂਰੇਟਡ ਚ ਕਿਹੜੇ ਕਿਹੜੇ ਆਉਂਦੇ ਆ, ਸਿੰਗਲ ਬੌਂਡ ਵਾਲੇ, ਤੇ ਅਨਸੈਚੂਰੇਟਡ ਦੇ ਵਿੱਚ ਆਉਂਦੇ ਆ ਦੋਨੋਂ ਐਲਕੀਨ ਤੇ ਅਲਕਾਈਨ। ਐਲਕੀਨ ਹੈ ਜਿਹੜੇ 2 ਡਬਲ ਬੌਂਡ ਹੈ, ਤੇ ਅਲਕਾਈਨ ਵਾਲੇ ਟ੍ਰਿਪਲ ਬੌਂਡ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਮੈਂ। ਹੁਣ ਆ ਜੋ ਅੱਗੋਂ ਇੱਕ ਹੋਰ ਬਹੁਤ ਵਧੀਆ ਕੁਐਸਚਨ, ਬਹੁਤ ਵਧੀਆ, ਦੇਖੋ ਪੂਰਾ ਵੀ ਨਹੀਂ ਆਉਂਦਾ ਸੀ, ਮੈਂ 2 ਪਿਕਸ ਲੈ ਕੇ ਖਿੱਚ ਕੇ ਲਾਈਆਂ ਜਿਵੇਂ ਠੀਕ ਲੱਗਿਆ। ਦੇਖੋ ਇਹਦੇ ਵਿੱਚ ਕੀ ਹੈ, ਜਿੰਨਾ ਜ਼ਿਆਦਾ ਵੇਖਣ 'ਚ ਲੱਗ ਰਿਹਾ ਨਾ ਕਿ ਪਤਾ ਨਹੀਂ ਸਰ ਆ ਕੀ ਆ ਗਿਆ, ਉਦੋਂ ਵੀ ਜ਼ਿਆਦਾ ਸੌਖਾ ਕੁਐਸਚਨ ਹੈ, ਠੀਕ ਹੈ। ਇਹ ਤਾਂ ਲਿਆਂਦਾ ਕਿ ਐਗਜ਼ਾਮ 'ਚ ਇਹੋ ਜਾ ਗਿਆ, ਜਿਹੜੇ ਬੱਚਿਆਂ ਨੂੰ ਨਹੀਂ ਵੀ ਆਉਂਦਾ, ਨਹੀਂ ਫਰੈਂਡਲੀ ਇਹਦੇ ਨਾਲ, ਉਹ ਬੜੇ ਆਰਾਮ ਨਾਲ ਕਰ ਸਕਣ। ਸਿਰਫ ਇੱਕ ਚੀਜ਼ ਦੇਖਣੀ ਹੈ, ਇੱਥੇ ਕੀ ਦਿੱਤਾ ਉਹਨਾਂ ਨੇ ਕਿਹਾ ਵਿਚ ਆਫ ਦਾ ਫੋਲੋਇੰਗ ਆਰ ਕਰੈਕਟ ਸਟਰਕਚਰ ਹੈ, ਇਹਨਾਂ ਵਿੱਚੋਂ ਸਹੀ ਸਟਰਕਚਰ, ਸਹੀ ਜਿਹੜੇ ਕਹਿ ਲਓ ਤੁਸੀਂ ਫੋਟੋ ਹੈ, ਠੀਕ ਹੈ, ਸਟਰਕਚਰ ਜਿਹੜਾ ਸਹੀ ਹੈਗਾ ਆਈਸੋਮਰਸ ਦਾ। ਆਈਸੋਮਰਸ ਕੀ ਦਿੱਤਾ ਆਪਾਂ ਨੂੰ C4H10, ਠੀਕ ਹੈ। ਤਾਂ ਆਈਸੋਮਰਸ ਕੀ ਹੁੰਦੇ, ਸਭ ਤੋਂ ਪਹਿਲਾਂ ਤਾਂ ਇਹ ਸਮਝ ਲਓ ਕਿ ਆਈਸੋਮਰਸ ਕੀ ਹੁੰਦੇ ਆ। ਇਹਨਾਂ ਦਾ ਕੀ ਹੁੰਦਾ, ਆਈਸੋਮਰਸ ਦਾ ਮਤਲਬ ਇਹ ਹੁੰਦਾ ਸੇਮ ਇਹਨਾਂ ਦਾ ਫਾਰਮੂਲਾ ਹੁੰਦਾ, ਠੀਕ ਹੈ। ਤਾਂ ਡਿਫਰੈਂਟ ਕੀ ਹੁੰਦਾ, ਸਟਰਕਚਰ ਡਿਫਰੈਂਟ ਹੁੰਦਾ, ਮਤਲਬ ਇਹਨਾਂ ਦੀ ਬਣਤਰ ਡਿਫਰੈਂਟ ਹੁੰਦੀ ਹੈ, ਠੀਕ ਹੈ। ਸਟਰਕਚਰ ਬਣਤਰ ਹੀ ਹੁੰਦੀ ਹੈ ਨਾ, ਇਹਨਾਂ ਦੀ ਬਣਤਰ ਡਿਫਰੈਂਟ ਹੁੰਦੀ ਹੈ। ਹੁਣ ਜਿਵੇਂ ਮੰਨ ਕੇ ਚਲੋ ਆਪਾਂ ਕੀ ਹੈ, ਇਨਸਾਨ ਹੈ, ਠੀਕ ਹੈ। ਹੁਣ ਆਪਾਂ ਕਹਿ ਦਿੰਦੇ ਹਾਂ ਸਾਰੇ ਬੰਦੇ ਆ, ਠੀਕ ਹੈ, ਜਾਂ ਸਾਰੇ ਮੈਨ ਹੈ ਮੈਨ, ਠੀਕ ਹੈ। ਤਾਂ ਮੈਨ ਕੀ ਹੈ, ਅਕਸਰ ਬੰਦਿਆਂ 'ਚ ਕੰਸੀਡਰ ਹੁੰਦੇ ਆ ਨਾ, ਉਹਨਾਂ ਦਾ ਕੈਮੀਕਲ ਫਾਰਮੂਲਾ ਕੀ ਮੰਨ ਕੇ ਚਲੋ ਮੈਨ, ਮਤਲਬ ਸਾਰਿਆਂ ਨੂੰ ਮੈਨ ਕਹਿੰਦੇ, ਪਰ ਉਹਨਾਂ ਦਾ ਸਟਰਕਚਰ ਕੀ ਹੈ, ਬੋਡੀ ਸਟਰਕਚਰ ਕੀ ਹੈ, ਡਿਫਰੈਂਟ ਹੈ ਨਾ, ਉਵੇਂ ਹੀ ਹੈ ਆਈਸੋਮਰਸ ਉਹੀ ਹੈ, ਠੀਕ ਹੈ। ਫਾਰਮੂਲਾ ਸੇਮ ਹੈ, ਸਟਰਕਚਰ ਡਿਫਰੈਂਟ ਹੈ। ਆਈਸੋਮਰਸ ਕੀ ਦਿੱਤਾ ਆਪਾਂ ਨੂੰ C4 ਤੇ H10। ਹੁਣ ਸਿੱਧਾ ਹੀ ਦੇਖਣਾ, ਬਸ ਗਿਣਤੀ ਮਾਰਨੀ ਹੈ, ਹੋਰ ਕੁਝ ਨਹੀਂ ਕਰਨਾ, ਦਿਮਾਗ 'ਚ ਜ਼ਿਆਦਾ ਬੋਝ ਪਾਣਾ ਹੀ ਨਹੀਂ। C ਕਿੰਨੀ ਹੈ 4 ਹੈ, 1 2 3 4, 1 2 3, ਇਹ ਤਾਂ ਸਿੱਧਾ ਹੀ ਗਲਤ ਹੋ ਗਿਆ, 1 2 3 4 ਇਹ ਹਜੇ ਗੇਮ 'ਚ ਖੜਾ ਹੈ, 1 2 3 4 ਇਹ ਵੀ ਗੇਮ 'ਚ ਹੈਗਾ। ਹੁਣ ਆ ਜੋ H10 ਕਾਊਂਟ ਕਰਨੇ ਆ, H10 ਕਾਊਂਟ ਕਰੀਏ, 4 ਉੱਪਰ ਹੈ, 4 ਨੀਚੇ, ਤੇ 2 ਇੱਧਰ ਲੈਫਟ ਰਾਈਟ ਤੇ, ਇਹ ਤਾਂ ਆਪਣਾ ਪੱਕਾ ਹੋ ਗਿਆ ਵੀ ਹੈਗਾ ਹੈ। ਹੁਣ 2 2 4 2 6 ਤੇ 2 8, ਇਹ ਬਾਹਰ ਹੋ ਗਿਆ, 3 3 4 5 6 7 8 9 10, ਲਓ ਇਹ ਵੀ ਹੈਗਾ। ਤਾਂ ਆਪਣਾ ਰਾਈਟ ਆਂਸਰ ਕੀ ਆ ਗਿਆ 1 and 3। ਦੇਖੋ ਕਿੰਨਾ ਸੌਖਾ ਕੁਐਸਚਨ ਸੀ, ਜਿੰਨਾ ਤੁਸੀਂ ਉਹਨੂੰ ਉੱਥੇ ਐਗਜ਼ਾਮ 'ਚ ਆਪਾਂ ਕਹਿ ਦਿੰਦੇ ਹਾਂ ਸਰ ਉਲਝ ਗਿਆ ਕੰਮ ਸਾਰਾ ਹੀ, ਠੀਕ ਹੈ। ਕਿੰਨਾ ਕੁ ਜ਼ਿਆਦਾ ਸੌਖਾ ਸੀ ਇਹ, ਕਲੀਅਰ ਹੋ ਗਿਆ ਸਾਰਿਆਂ ਨੂੰ। ਆਈਸੋਮਰਸ ਨਾ ਭੁੱਲਿਓ, ਸੇਮ ਫਾਰਮੂਲਾ ਹੁੰਦਾ, ਠੀਕ ਹੈ। ਫਾਰਮੂਲਾ ਦੇਖੋ ਦੋਨਾਂ ਦਾ ਕੀ ਹੈ, ਦੋਨਾਂ ਦਾ ਫਾਰਮੂਲਾ ਕੀ ਹੈ ਆਪਣੇ ਕੋਲੇ, ਦੋਨਾਂ ਦਾ ਫਾਰਮੂਲਾ ਹੈਗਾ C4 ਹੈ ਤੇ H10 ਹੈ, ਠੀਕ ਹੈ। ਬਸ ਆਪਾਂ ਇਹਨਾਂ ਦਾ ਸਟਰਕਚਰ ਦੱਸਣਾ ਸੀ ਕਿਹੜਿਆਂ ਦਾ ਸੇਮ ਹੈ, ਦੱਸਤਾ ਨਾ।
ਚਲੋ ਇਹ ਔਖਾ ਕੀ ਐਗਜ਼ਾਮੀਨਰ ਪਾ ਸਕਦਾ। ਠੀਕ ਹੈ, ਬਹੁਤ ਬੱਚਿਆਂ ਦਾ ਪੜ੍ਹੀਆਂ ਹੀ ਨਹੀਂ ਹੋਣੀਆਂ ਇਹ ਚੀਜ਼ਾਂ, ਬੁੱਕ 'ਚ ਤਾਂ ਮਿਲਣੀਆਂ ਨਹੀਂ ਤੁਹਾਨੂੰ, ਜਿੰਨਾ ਮਰਜ਼ੀ ਕਰੀ ਚੱਲੋ, ਜਿੰਨੇ ਮਰਜ਼ੀ ਮੱਥੇ ਮਾਰੀ ਚੱਲੋ। ਜੇ ਮਿਲਣਗੀਆਂ ਤਾਂ ਜਮਾਂ ਲੋ ਲੈਵਲ ਵਾਲੇ ਹੋਣਗੇ ਕਿ ਹਾਂ ਬਸ ABC ਵਾਲਾ ਕੰਮ, ਕਿਉਂਕਿ ਲੈਵਲ ਬੱਚਿਆਂ ਦਾ ਉਹਨਾਂ ਕਰਨਾ। ਵਿਚ ਆਫ ਦਾ ਫੋਲੋਇੰਗ ਵਿਲ ਅੰਡਰਗੋ ਐਡੀਸ਼ਨ ਰਿਐਕਸ਼ਨ, ਇਹਦੇ ਵਿੱਚ ਬਹੁਤ ਬੱਚੇ ਕਨਫਿਊਜ਼ ਹੋਣ ਵਾਲੇ ਆ, ਬਹੁਤ ਬੱਚੇ, ਕਈਆਂ ਦਾ ਨਹੀਂ ਧਿਆਨ 'ਚ ਰਹਿਣਾਗਾ, ਕੋਈ ਗੱਲ ਨਹੀਂ, ਮੈਂ ਇੱਕ ਇੱਕ ਚੀਜ਼ ਡਿਟੇਲ ਕਰੂੰਗਾ ਇਸੇ ਕੁਐਸਚਨ ਦੀ। ਵਿਚ ਆਫ ਦਾ ਫੋਲੋਇੰਗ ਵਿਲ ਅੰਡਰਗੋ ਐਡੀਸ਼ਨ ਰਿਐਕਸ਼ਨ, ਐਡੀਸ਼ਨ ਰਿਐਕਸ਼ਨ ਕੀ ਹੁੰਦਾ, ਆਪਣੇ ਕੋਲ ਕੋਈ ਚੀਜ਼ ਐਡ ਹੁੰਦੀ ਹੈ ਤੇ ਐਡੀਸ਼ਨ ਦਾ ਮਤਲਬ ਤਾਂ ਐਡ ਹੀ ਹੋਣਾ ਨਾ। ਹੁਣ ਦੇਖੋ ਇਹਦੇ ਵਿੱਚੋਂ ਕਿਹੜਾ ਨਹੀਂ ਹੈਗਾ, ਇੱਕ ਹੈ CH4, C3H8, C2H6 ਤੇ C2H4। ਹੁਣ ਦੇਖੋ ਇੱਕ ਚੀਜ਼ ਯਾਦ ਰੱਖਿਓ, ਦਿਮਾਗ 'ਚ ਬਿਠਾ ਲਿਓ ਕਿ ਐਡੀਸ਼ਨ ਰਿਐਕਸ਼ਨ ਪਤਾ ਕਿੰਨਾ ਹੁੰਦਾ, ਇੱਕ ਚੀਜ਼ ਦਿਮਾਗ 'ਚ ਬਿਠਾ ਲਿਓ ਬਸ, ਐਡੀਸ਼ਨ ਰਿਐਕਸ਼ਨ ਹਮੇਸ਼ਾ, ਠੀਕ ਹੈ, ਅਨਸੈਚੂਰੇਟਡ ਮੈਂ ਤੁਹਾਨੂੰ ਕੁਐਸਚਨ ਨਾਲ ਜੋੜ ਦੂੰਗਾ, ਫਿਰ ਤੁਹਾਡਾ ਆਪਣਾ ਆਨਸਰ ਆ ਜਾਣਾ। ਅਨਸੈਚੂਰੇਟਡ ਹਾਈਡਰੋਕਾਰਬਨ ਦਾ ਹੁੰਦਾ, ਹਾਈਡਰੋਕਾਰਬਨ ਦਾ ਹੁੰਦਾ। ਇੰਨਾ ਪਤਾ ਲੱਗ ਗਿਆ, ਜਦੋਂ ਵੀ ਐਡੀਸ਼ਨ ਰਿਐਕਸ਼ਨ ਆ ਜਾਏ ਸਮਝੋ ਅਨਸੈਚੂਰੇਟਡ ਹਾਈਡਰੋਕਾਰਬਨ ਤੁਹਾਡਾ ਸਹੀ ਆਨਸਰ ਹੈ। ਤਾਂ ਅਨਸੈਚੂਰੇਟਡ ਹਾਈਡਰੋਕਾਰਬਨ 'ਚ ਕੀ ਹੁੰਦੇ ਆ, ਐਲਕੀਨ ਹੁੰਦੇ ਆ ਤੇ ਐਲਕਾਈਨ ਹੁੰਦੇ ਆ। ਠੀਕ ਹੈ, ਮਤਲਬ ਕੀ ਹੈ, ਜਦੋਂ ਜੇ ਇਹਨਾਂ ਦੋਵਾਂ ਦਾ ਫਾਰਮੂਲਾ ਤੁਹਾਨੂੰ ਜਿੱਥੇ ਕੁਐਸਚਨ 'ਚ ਮਿਲ ਗਿਆ ਸਮਝੋ ਤੁਹਾਡਾ ਰਾਈਟ ਆਨਸਰ ਹੈ। ਹੁਣ ਆਪਾਂ ਲੱਭਦੇ ਹਾਂ ਇਹਨਾਂ ਦਾ ਫਾਰਮੂਲਾ, ਠੀਕ ਹੈ, ਕਿ ਕਿਹੜਿਆਂ ਦਾ। ਹੁਣ ਆਪਣੇ ਕੋਲ ਕੀ ਆਊਗਾ, ਪਹਿਲਾਂ ਗੱਲ ਕਰਦੇ ਹਾਂ ਆਪਾਂ ਐਲਕੀਨ ਦਾ ਫਾਰਮੂਲਾ ਕੀ ਹੈ ਆਪਣੇ ਕੋਲੇ, ਠੀਕ ਹੈ, ਕਿਉਂਕਿ ਆਪਾਂ ਐਲਕੀਨ ਹੀ ਦੇਖਣਾ ਨਾ। ਐਲਕੀਨ ਦਾ ਫਾਰਮੂਲਾ ਲੱਭ ਲਓ, C2H2N, ਇਹ ਫਾਰਮੂਲਾ ਆਪਣੇ ਕੋਲ ਐਲਕੀਨ ਦਾ। ਠੀਕ ਹੈ, ਹੁਣ C ਕੀ ਆਪਣੇ ਕੋਲ 2 ਹੈ, ਸਹੀ ਹੈ, C ਕੀ ਆਪਣੇ ਕੋਲੇ CN ਹੈ, CN ਫਾਰਮੂਲੇ 'ਚ N ਆਊਗਾ, CnH2n। ਇੱਕ ਸੈਕਿੰਡ ਬਸ, ਫਿਰ ਮੈਂ ਲਿਖ ਕੇ ਦਿਖਾਣਾ ਤੁਹਾਨੂੰ। ਦੁਬਾਰਾ ਫਿਰ ਸੁਣ ਲਓ, ਅਨਸੈਚੂਰੇਟਡ ਹਾਈਡਰੋਕਾਰਬਨ ਹਮੇਸ਼ਾ ਐਡੀਸ਼ਨ ਰਿਐਕਸ਼ਨ ਕਰਦੇ ਆ। ਮੈਨੂੰ ਪਤਾ ਬਹੁਤ ਬੱਚਿਆਂ ਨੂੰ ਨਹੀਂ ਧਿਆਨ ਚ ਆ ਰਿਹਾ ਹੋਣਾ, ਚੀਜ਼ਾਂ ਯਾਦ ਰੱਖਣ ਵਾਲੀਆਂ ਬਸ, ਹੋਰ ਕੁਝ ਨਹੀਂ ਕਰਨਾ। ਅਨਸੈਚੂਰੇਟਡ ਕੀ ਕਰਦੇ ਆ, ਹਾਈਡਰੋਕਾਰਬਨ ਐਡੀਸ਼ਨ ਰਿਐਕਸ਼ਨ ਕਰਦੇ ਆ, ਦੋ ਹੁੰਦੇ ਆ ਇਹਦੇ ਵਿੱਚ, ਐਲਕੀਨ ਤੇ ਐਲਕਾਈਨ। ਠੀਕ ਹੈ, ਹੁਣ ਦੇਖੋ ਇਰੇਜ਼ਰ ਲੈ ਕੇ ਮੈਂ ਪਹਿਲਾਂ ਇਰੇਜ਼ ਕਰਦਾ ਇਹਨੂੰ। ਇੱਥੇ ਆਏਗਾ ਫਾਰਮੂਲਾ ਆਪਣੇ ਕੋਲੇ CnH2n। ਹੁਣ ਇਹਦੇ ਚ ਵੈਲਿਊ ਪੁੱਟ ਕਰ ਲਓ, ਜਿਹੜੀ ਬਣ ਗਈ ਉਹ ਆਪਣਾ ਰਾਈਟ ਆਨਸਰ ਹੈ। ਹੁਣ CN ਕੀ ਹੈ ਆਪਣੇ ਕੋਲੇ, CN, ਠੀਕ ਹੈ, CnH2n, ਆਪਣਾ ਰਾਈਟ ਆਨਸਰ ਕੀ ਆਊਗਾ ਇਹਦਾ, ਦੇਖੋ CnH2n। ਹੁਣ C ਕੀ ਹੈ ਆਪਣੇ ਕੋਲੇ ਇੱਥੇ 1, H2 1, ਇਹ ਕੀ ਬਣ ਗਿਆ ਆਪਣੇ ਕੋਲੇ CH, ਇਹ ਤਾਂ ਗਲਤ ਹੋ ਗਿਆ, ਇਹ ਨਹੀਂ ਹੈਗਾ। ਠੀਕ ਹੈ, ਹੁਣ ਚੱਲਦੇ ਹਾਂ ਅੱਗੇ, ਅਗਲੇ ਤੇ ਦੇਖਦੇ ਹਾਂ ਕਰਕੇ। ਮੈਨੂੰ ਪਤਾ ਹੈ ਬਹੁਤ ਬੱਚਿਆਂ ਨੂੰ ਲੱਗ ਰਿਹਾ ਹੋਣਾ ਕਿ ਸਰ ਇਹ ਕੀ ਚੱਲੀ ਜਾਂਦਾ, ਬਸ ਇਹ ਚੀਜ਼ ਤੁਹਾਨੂੰ ਮੈਂ ਕਰਾ ਦੂੰਗਾ ਪੱਕੀ, ਮੌਕ ਟੈਸਟ ਵੀ ਕਲੀਅਰ। ਹੁਣ ਆ ਜਾਓ C, n ਦੀ ਵੈਲਿਊ ਪੁੱਟ ਕਰ ਦਿਓ, n ਕਿੰਨਾ 3, H2 ਤੇ n ਕਿੰਨਾ 3, ਇਹਦਾ 6 ਬਣ ਗਿਆ, ਇਹ ਵੀ ਗਲਤ ਹੈ। ਹੁਣ ਉਸ ਤੋਂ ਬਾਅਦ ਕੀ ਹੈ, C ਕਿੰਨਾ 2, n ਕਿੰਨਾ 2, H, ਉਸ ਤੋਂ ਬਾਅਦ 2 ਹੈ ਨਾਲ, n ਫਿਰ ਪੁੱਟ ਕਰ ਦੇਣਾ, ਇਹ C2H, ਇਹ ਵੀ ਗਲਤ ਹੈ ਆਪਣੇ ਕੋਲ। ਹੁਣ ਲਾਸਟ ਤੇ ਆ ਜਾਓ, ਲਾਸਟ ਤੇ ਕੀ ਹੈ, C, n ਕਿੰਨਾ 2, ਉਸ ਤੋਂ ਬਾਅਦ 2 ਤੇ 2, ਕਿੰਨਾ ਆ ਗਿਆ ਆਪਣੇ ਕੋਲ C2H4, ਇਹ ਆ ਗਿਆ ਆਪਣਾ ਰਾਈਟ ਆਨਸਰ। ਡੀ ਆਪਸ਼ਨ ਕੀ ਆਪਣਾ ਰਾਈਟ ਆਨਸਰ ਹੈ। ਕਲੀਅਰ ਹੈ ਹੁਣ ਇਹਨਾਂ। ਦੁਬਾਰਾ ਫਿਰ ਸੁਣ ਲਓ, ਉਹਨਾਂ ਨੇ ਪੁੱਛਿਆ ਸੀ ਕਿ ਕਿਹੜਾ ਇਹਦੇ ਵਿੱਚੋਂ ਅੰਡਰਗੋ ਐਡੀਸ਼ਨ ਰਿਐਕਸ਼ਨ ਕਰਦਾ ਪਿਆ, ਐਡੀਸ਼ਨ ਰਿਐਕਸ਼ਨ ਕਰਦੇ ਐਲਕੀਨ ਤੇ ਐਲਕਾਈਨ, ਬਸ ਇਹਨਾਂ ਦਾ ਫਾਰਮੂਲਾ ਯਾਦ ਰੱਖਣਾ, ਹੋਰ ਕੁਝ ਨਹੀਂ ਕਰਨਾ ਤੁਸੀਂ। ਠੀਕ ਹੈ, ਐਲਕੇਨ ਦਾ ਕੀ ਸੀਗਾ CnH2n+2, ਠੀਕ ਹੈ, ਉਹਦੇ ਵਿੱਚ -2 ਕਰ ਦਿਓ ਤੀਜੇ ਨੰਬਰ ਵਾਲੇ ਐਲਕਾਈਨ ਚ। ਚਲੋ ਹੁਣ ਚੱਲਦੇ ਹਾਂ ਅੱਗੇ। While cooking, if the bottom of the vessel is getting blackened on the outside, it means that, ਮਤਲਬ ਜਦੋਂ ਤੁਸੀਂ ਵੈਸਲ ਦੇ ਵਿੱਚ ਉਹਨੂੰ ਕੁੱਕ ਕਰਦੇ ਆ ਕੋਈ ਵੀ ਚੀਜ਼ ਤਾਂ ਉਹ ਬਲੈਕ ਹੋ ਜਾਂਦਾ ਨਾ ਥੱਲੋਂ, ਇਹਦਾ ਸਭ ਨੇ ਵੇਖਿਆ ਹੀ ਹੋਣਾ ਨਾ ਕਿ ਉਹ ਥੱਲੋਂ ਕੀ ਹੋ ਜਾਂਦਾ, ਬਲੈਕ ਹੋ ਜਾਂਦਾ, ਤੇ ਕਾਸ ਚੜ ਜਾਂਦੀ ਉਹਦੇ ਤੇ। ਉਹ ਕਿਉਂ ਚੜਦੀ ਹੈ, ਅੱਜ ਦੇਖੋ ਕਿਉਂ ਚੜਦੀ ਹੈ, ਬਹੁਤ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ। The food is not cooked completely, ਕਿ ਜਿਹੜਾ ਫੂਡ ਹੈ, ਭੋਜਨ ਹੈ ਆਪਣਾ, ਪੂਰੀ ਤਰ੍ਹਾਂ ਨਹੀਂ ਬਣਿਆ। ਸੈਕਿੰਡ ਆਪਸ਼ਨ ਹੈ ਫਿਊਲ ਇਜ਼ ਨੋਟ ਬਰਨਿੰਗ ਕੰਪਲੀਟਲੀ, ਜਿਹੜਾ ਆਪਣਾ ਫਿਊਲ ਹੈ, ਫਿਊਲ ਕਿਹਨੂੰ ਆਪਾਂ ਤੁਸੀਂ ਕਹਿ ਦਿੰਦੇ ਆ, ਜਿਵੇਂ LPG ਹੋ ਗਿਆ, ਠੀਕ ਹੈ, ਸਮਥਿੰਗ ਜਿਹੜਾ ਵੀ। ਹੁਣ ਆਪਣੇ ਕੋਲ ਕੀ ਹੈ, ਉਹ ਕਹਿੰਦੇ ਵੀ ਉਹ ਚੰਗੀ ਤਰ੍ਹਾਂ ਕੰਪਲੀਟਲੀ ਜਿਹੜਾ ਬਰਨ ਨਹੀਂ ਹੋਇਆ। ਥਰਡ ਹੈ ਦ ਫਿਊਲ ਇਜ਼ ਵੈਟ, ਜਿਹੜਾ ਫਿਊਲ ਹੈ ਉਹ ਕੀ ਹੈ, ਵੈਟ ਹੈ। ਫੋਰਥ ਕੀ ਹੈ, ਦ ਫਿਊਲ ਇਜ਼ ਬਰਨਿੰਗ ਕੰਪਲੀਟਲੀ। ਤਾਂ ਆਪਣਾ ਰਾਈਟ ਆਨਸਰ ਕੀ ਆਊਗਾ ਇਹਦੇ ਵਿੱਚ, ਤਾਂ ਰਾਈਟ ਆਨਸਰ ਆਪਣੇ ਕੋਲ ਆਏਗਾ B। ਠੀਕ ਹੈ, ਉਹ ਦੇਖੋ ਫਿਊਲ ਹੈ ਜਿਹੜਾ ਕੰਪਲੀਟਲੀ ਬਰਨ ਨਹੀਂ ਹੁੰਦਾ, ਠੀਕ ਹੈ, ਤਾਂ ਉਹ ਕੀ ਕਰਦਾ, ਉਹ ਜੰਮ ਜਾਂਦਾ ਨੀਚੇ, ਤਾਂ ਕਰਕੇ ਉਹ ਕੀ ਹੋ ਜਾਂਦਾ, ਬਲੈਕ ਹੋ ਜਾਂਦਾ ਉੱਥੋਂ।
क्लीयर है। ਹੁਣ चलते हैं अगे लास्ट क्वेश्चन ते आज दे मोस्ट इंपोर्टेंट ते सौखा क्वेश्चन है, बिल्कुल भी टेंशन लैन की लोड़ नहीं, ये भी मैं थोड़ा चंगी तरह दसूँ क्योंकि पूछा जा सकता है, बड़ा इंपोर्टेंट क्वेश्चन है। कार्बन हैज डैश इलैक्ट्रॉन्स इन इट्स आउटरमोस्ट शैल। ਹੁਣ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਾਰਬਨ ਕੋਲ ਹੁੰਦੇ ਕਿੰਨੇ ਆ। ਕਾਰਬਨ ਕੋਲ ਹੁੰਦੇ ਆ ਨਾ 6, ਠੀਕ ਹੈ। ਉਹਨਾਂ ਨੇ ਪੁੱਛਿਆ ਆਊਟਰ ਮੋਸਟ ਦੇ ਵਿੱਚ ਕਿੰਨੇ ਆ। ਆਊਟਰ ਮੋਸਟ ਕਿਹੜੀ ਆਊਗੀ, ਪਹਿਲਾਂ ਤਾਂ K ਆ ਗਿਆ ਆਪਣੇ ਕੋਲੇ, L ਆ ਗਿਆ, L ਦੇ ਵਿੱਚ ਕਿੰਨੇ ਹੋਣਗੇ 4 ਬਣ ਗਏ ਨਾ। ਤਾਂ ਆਊਟਰ ਮੋਸਟ ਇਹਦੀ ਕਿਹੜੀ ਹੈ 4, ਤਾਂ ਆਪਣਾ ਰਾਈਟ ਆਨਸਰ ਪਹਿਲਾਂ ਇੱਥੇ ਕਿੱਥੇ ਆ ਗਿਆ 4। ਹੁਣ ਆ ਜਾਓ ਅੱਗੇ, ਨੀਡਸ ਟੂ ਗੇਨ ਔਰ ਲੋਸ, ਉਹਨੂੰ ਚਾਹੀਦੇ ਆ ਗੇਨ ਤੇ ਲੋਸ ਕਰਨ ਵਾਸਤੇ ਡੈਸ਼ ਇਲੈਕਟ੍ਰੋਨ ਟੂ ਅਟੇਨ ਨੋਬਲ ਗੈਸ। ਨੋਬਲ ਗੈਸ ਬਣਨ ਵਾਸਤੇ ਉਹਨੂੰ ਕਿੰਨੇ ਚਾਹੀਦੇ ਆ ਕਿ ਜਾਂ ਕਿੰਨੇ ਉਹ ਦਵੇ ਕਿਸੇ ਨੂੰ, ਠੀਕ ਹੈ। ਆਪਦਾ ਪੂਰਾ ਕਨਫੀਗਰੇਸ਼ਨ ਪੂਰਾ ਕਰਨ ਵਾਸਤੇ ਉਹਨੂੰ ਕਿੰਨੇ ਚਾਹੀਦੇ ਆ ਜਾਂ ਕਿੰਨੇ ਉਹ ਲੋਸ ਕਰੇ। ਹੁਣ ਦੇਖੋ ਹੋਣੇ ਕਿੰਨੇ ਚਾਹੀਦੇ ਆ, ਜਿਹੜਾ ਨੋਬਲ ਗੈਸ ਹੋਣ ਵਾਸਤੇ 8 ਹੋਣੇ ਚਾਹੀਦੇ ਆ, ਕਾਦੇ ਵਿੱਚ ਆਊਟਰ ਮੋਸਟ ਵਿੱਚ। ਉਹਦੇ ਕੋਲ ਕਿੰਨੇ ਆ 4, ਜਾਂ ਤਾਂ ਉਹ 4 ਦਊਗਾ, ਠੀਕ ਹੈ, ਜਾਂ ਉਹ 4 ਲਊਗਾ। ਤਾਂ ਆਪਣਾ ਇੱਥੇ ਵੀ ਰਾਈਟ ਆਨਸਰ ਕੀ ਆ ਗਿਆ 4। ਦੇਖੋ ਇੱਥੇ ਰਾਈਟ ਆਨਸਰ ਕੀ ਆ ਗਿਆ 4 ਐਂਡ 4। ਕਲੀਅਰ ਹੋ ਗਿਆ। ਤਾਂ ਦੇਖੋ ਕਿੰਨੀ ਵਧੀਆ ਕਲਾਸ ਸੀ, ਕਿੰਨੇ ਕੁ ਜ਼ਿਆਦਾ ਇੰਪੋਰਟੈਂਟ ਕੁਐਸਚਨ ਸੀ, ਤੁਸੀਂ ਖੁਦ ਐਸਟੀਮੇਟ ਲਾ ਸਕਦੇ ਆ। ਤਾਂ ਬਹੁਤ ਬੱਚੇ ਕਹਿਣਗੇ ਸਰ 3 ਆਵਰਸ ਕਿਵੇਂ ਲੱਗ ਗਿਆ, ਬਹੁਤ ਟਾਈਮ ਲੱਗਦਾ, ਬਹੁਤ ਟਾਈਮ, ਠੀਕ ਹੈ। ਤਾਂ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ। ਤਾਂ ਪਲੀਜ਼ ਦੱਸ ਕੇ ਜਾਇਓ ਕਿਵੇਂ ਦੀ ਲੱਗੀ ਕਲਾਸ। ਜੇ ਕੋਈ ਡਾਊਟ ਹੋਵੇ ਤਾਂ ਇੱਕ ਵਾਰੀ ਫਿਰ ਦੇਖ ਲਿਓ ਕਲਾਸ ਨੂੰ, ਜੇ ਫਿਰ ਵੀ ਡਾਊਟ ਹੋਵੇ ਫਿਰ ਕਮੈਂਟ ਕਰਕੇ ਪੁੱਛਿਓ, ਫਿਰ ਮੈਂ ਤੁਹਾਡਾ ਡਾਊਟ ਕਲੀਅਰ ਕਰਾ ਦੂੰ। ਕਿਉਂਕਿ ਕਈ ਵਾਰੀ ਹੁੰਦਾ ਫਸਟ ਟਾਈਮ ਜੇ ਕਿਸੇ ਕਨਸੈਪਟ ਨਾਲ ਆਪਾਂ ਜੁੜਦੇ ਆ ਉਹ ਨਹੀਂ ਧਿਆਨ 'ਚ ਪੈਂਦਾ, ਪਰ ਮੈਂ ਕੋਸ਼ਿਸ਼ ਕੀਤੀ ਹੈ ਇੱਕ ਇੱਕ ਚੀਜ਼ ਕਲੀਅਰ ਕਰਾਂ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ।